ਅਮਰਦਾਸ ਗੁਰ ਹਿਰਦੈ ਜੀ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਰ ਅਰਜਨ ਬਿਗਨਨ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਹਰਿ ਕ੍ਰਿਸ਼ਨ ਮਨਾਏ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਰੂੰ ਤਰਾ ਤਰ ਪੁਨ ਪੁਨ ਸੀਸਾ ਜੀ ਪੁਨ ਸੀਸਾ ਬਾਰ ਬਾਰ ਜਗਦੀਸਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਬੰਦੋਂ ਕਰੇ ਅਨੁਰਾਗ ਓੰਕਾਰ ਸਤਿਗੁਰੂ ਦੇ ਪ੍ਰਸਾਦ ਸਚ ਹੋਏ ਗੁਰੂ ਜੀ ਕੀ ਹਦੇ ਹੈ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਹੈ ਵਿਗਨ ਵਿਨਾਸ਼ਨ ਸੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਸ ਦਿਨ ਪੰਚ ਰਹੇ ਅਗ ਉਗਦਹੇ ਪੁਨ ਬੈਨ ਕਹੇ ਹਮ ਜਾਹੇ ਅਗਾਰੀ ਕਰ ਜੋਰ ਪੁਮਾਨ ਬਿਨੈ ਜਬ ਖਾਨ ਭਈ ਇਹ ਥਾਨ ਮਇਆ ਸੋ ਤੁਮਾਰੀ ਮਤ ਮੰਦਨ ਕੋ ਗਤ ਪੰਦ ਦਇਓ ਸੁਖ ਕੰਦ ਗੋਬਿੰਦ ਮੁਕੰਦ ਉਦਾਰੀ ਏ ਠੌਰ ਰਹੋ ਦਿਨ ਔਰ ਕਛੂ ਸਿਰ ਮੋਰ ਤੁਹੀ ਜਗ ਮੈਂ ਗਤ ਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਵਾਰੀ ਸਾਧ ਸੰਗਤ ਆਓ ਗੁਰੂ ਬਖਸ਼ੀਆਂ ਰੂਹਾਂ ਦੇ ਦਰਸ਼ਨ ਹੋਏ ਹਨ। ਮਹਾਰਾਜ ਜੀ ਦੀ ਅਪਾਰ ਕਿਰਪਾ ਵਰਤ ਰਹੀ ਹੈ। ਇਸ ਕਲਯੁਗ ਦੇ ਸਮੇਂ ਅੰਦਰ ਗੁਰੂ ਚਰਨਾਂ ਵਿੱਚ ਆਉਣਾ ਬੜਾ ਹੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ ਇਹਦੇ ਭਾਗਾਂ ਤੋਂ ਬਿਨਾਂ ਸੰਗਤ ਨਹੀਂ ਲੱਭਦੀ। ਤੇ ਆਪਾਂ ਸਾਰਿਆਂ ਦੇ ਬਹੁਤ ਹੀ ਵੱਡੇ ਭਾਗ ਆ ਜੋ ਮਹਾਰਾਜ ਆਪਾਂ ਨੂੰ ਰੋਜ਼ ਕਿਰਪਾ ਕਰਕੇ ਨਵਾਜਦੇ ਆ। ਸੱਚੇ ਪਾਤਸ਼ਾਹ ਜੀ ਦੀ ਦਇਆ ਵਰਤ ਲਈ ਗੁਰਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਾਮ ਰੂਪ ਦੇਸ਼ ਅੰਦਰ ਮਤਮੰਦ ਰੂਹਾਂ ਦਾ ਭਲਾ ਕਰ ਰਹੇ ਹਨ।
ਰਸਤੇ ਤੋਂ ਕੁਰਸਤੇ ਪਏ ਹੋਏ ਜੋ ਜੀਵ ਨੇ, ਉਹਨਾਂ ਨੂੰ ਸਹੀ ਰਸਤਾ ਸਤਿਗੁਰੂ ਦਿਖਾਉਂਦੇ। ਭਾਈ ਗੁਰਬਾਣੀ ਇਸ ਜੱਗ ਮੈਂ ਚਾਨਣ। ਜਿੱਦਾਂ ਰਾਤ ਨੂੰ ਗੱਡੀ ਚਲਾਉਣੀ ਹੋਵੇ ਤੇ ਲਾਈਟ ਬੜੀ ਅਤੀ ਜ਼ਰੂਰੀ ਹੈ, ਹਨੇਰੇ 'ਚ ਰਸਤਾ ਭਟਕ ਜਾਂਦਾ ਹੈ। ਇਸੇ ਤਰ੍ਹਾਂ ਸਰੀਰ ਇੱਕ ਗੱਡੀ ਹੈ। ਇਸ ਗੱਡੀ ਨੂੰ ਜੇ ਰਸਤੇ 'ਤੇ ਚਲਾਉਣਾ ਹੈ ਤੇ ਗੁਰਬਾਣੀ ਰੂਪੀ ਲਾਈਟਾਂ ਦਾ ਚਾਨਣ ਜ਼ਰੂਰੀ ਹੈ, ਜੋ ਸਾਨੂੰ ਰਸਤਾ ਦਿਖਾਵੇਗਾ ਕਿ ਹੇ ਜੀਵ, ਤੂੰ ਕਿਹੜਾ ਕਰਮ ਕਰਨਾ ਹੈ ਤੇ ਕਿਹੜਾ ਕਰਮ ਨਹੀਂ ਕਰਨਾ, ਤੂੰ ਕੀ ਖਾਣਾ ਹੈ ਕੀ ਨਹੀਂ ਖਾਣਾ ਹੈ, ਕੀ ਪਹਿਨਣਾ ਹੈ ਕੀ ਨਹੀਂ ਪਹਿਨਣਾ ਹੈ, ਕੀ ਬੋਲਣਾ ਹੈ, ਕੀ ਤੂੰ ਕਿੱਥੇ ਬੈਠਣਾ ਹੈ ਕਿੱਥੇ ਨਹੀਂ ਬੈਠਣਾ। ਇਹ ਸਾਰਾ ਰਸਤਾ ਹੀ ਹੈ ਸਾਧ ਸੰਗਤ ਜੀ, ਮਹਾਰਾਜ ਜੀ ਦਿਖਾਉਣਾ ਕਰਦੇ ਹਨ। ਵਾਹਿਗੁਰੂ ਸਾਹਿਬ ਜੀ ਦਿਨ ਪੰਚ ਰਹੇ ਅਗ ਉਗ ਦਹੇ, ਮੁਨ ਬੈਨ ਕਹੇ ਹਮ ਜਾਏ ਆਗਾਰੀ। ਸਤਿਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਕਥਾ ਸੁਣ ਰਹੇ। ਸੰਗਤ ਜੀ ਆਖੋ ਸਤਿਨਾਮ। ਆਪ ਗੁਰੂ ਨਾਨਕ ਦੀ ਦੂਜੀ ਜੋਤ ਰੋਜ਼ ਕਥਾ ਸੁਣਦੀ ਹੈ। ਇਹ ਜਿਹੜੀ ਕਥਾ ਸੁਣਨੀ ਇਹ ਵੀ ਮਹਾਰਾਜ ਕਹਿੰਦੇ ਬਹੁਤੇ ਵੱਡੇ ਭਾਗ ਹਨ, ਉੱਦਾਂ ਨਹੀਂ ਆਇਆ ਜਾਂਦਾ। ਇਹ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਜਾਇਓ ਕਿਤੇ ਜ਼ਰੂਰ ਦਰਸ਼ਨ ਕਰਿਓ। ਉੱਥੇ ਪੈੜਾ ਤੇ ਮੋਖਾ ਲਿਖੀ ਜਾਂਦੇ ਰੋਜ਼ ਦੀ ਕਥਾ। ਇੱਕ ਦਿਨ ਪਰਿਵਾਰ ਆਇਆ ਸੀ ਕੈਨੇਡਾ ਤੋਂ, ਵੇਖੋ ਉਹ ਦੂਰ ਰਹਿ ਕੇ ਵੀ ਜੁੜੇ ਹੈ। ਉਹ ਭੈਣ ਦੇ ਕੋਲ ਨਾ ਡਾਇਰੀ ਸੀ ਤੇ ਮੈਂ ਕਥਾ ਕਰਦਾ ਵੇਖ ਰਿਹਾ ਸੀ। ਉਹਨੇ ਨਾ 5-7 ਗੱਲਾਂ ਨੋਟ ਕੀਤੀਆਂ ਡਾਇਰੀ 'ਤੇ। ਇਹ ਬਾਹਰ ਨਿਕਲ ਕੇ ਅਸੀਂ ਮਿਲੇ ਤੇ ਮੈਂ ਕਿਹਾ ਭੈਣ ਜੀ ਵੀ ਇਹ ਡਾਇਰੀ, ਕਹਿੰਦੇ ਬਾਬਾ ਜੀ ਜਦੋਂ ਤੋਂ ਜੀਵਨ ਬਦਲਿਆ ਹੈ ਨਾ, ਇਹ ਡਾਇਰੀ ਨਹੀਂ ਬਦਲਿਆ। ਮੈਂ ਕਿਹਾ ਜੀ ਇਹਦਾ ਕਾਰਨ ਕੀ ਪੁੱਛਿਆ? ਕਹਿੰਦੇ ਜੀ ਸਭ ਤੋਂ ਪਹਿਲਾਂ ਇੱਦਾਂ ਹੀ ਕੋਈ ਰੱਬ ਦਾ ਪਿਆਰਾ ਉਹਦੇ ਬੋਲ ਸੁਣੇ ਤੇ ਉਹਨਾਂ ਬੋਲਾਂ ਨੇ ਨਾ ਥੋੜ੍ਹਾ ਜਿਹਾ ਸੱਟ ਮਾਰੀ। ਤੇ ਕਹਿੰਦੇ ਫਿਰ ਪੜ੍ਹੇ ਲਿਖੇ ਬਹੁਤ ਹੈ ਇੰਜੀਨੀਅਰ, ਤੇ ਉਹ ਕਹਿੰਦੇ ਮੈਂ ਬੋਲ ਲਿਖ ਲਏ ਵੀਰੇ ਜੀ। ਇਹ 2 ਬੋਲ ਜਿਹੜੇ ਇਹਨਾਂ ਨੇ ਮੈਨੂੰ ਅੰਦਰੋਂ ਮਰੋੜਿਆ। ਫਿਰ ਕਹਿੰਦੇ ਉਹ 2 ਬੋਲ 4 ਹੋ ਗਏ, 6 ਹੋ ਗਏ, 8 ਹੋ ਗਏ, 10 ਹੋ ਗਏ, 12 ਹੋ ਗਏ, 20 ਹੋ ਗਏ। ਇਸ ਵੇਲੇ 1000 ਤੋਂ ਵੱਧ ਬੋਲ ਹੈ ਤੇ ਮੇਰੇ ਸਿਰ ਤੇ ਦਮਾਲਾ ਹੈ। ਕਹਿੰਦੇ ਮੈਂ ਕਿਤੇ ਬਿਊਟੀ ਪਾਰਲਰ ਤੇ ਜਾਇਆ ਕਰਦੀ ਸਾਂ, ਮੇਰਾ ਗੁਜ਼ਾਰਾ ਨਹੀਂ ਸੀ। ਅੱਜ ਮਹਾਰਾਜ ਕਲਗੀ ਵਾਲੇ ਦੀ ਧੀ ਬਣ ਗਈ ਆ। ਮੇਰੇ ਸਿਰ 'ਚ ਕੰਘਾ ਹੈ, ਕੇਸ ਹਨ, ਮੇਰੇ ਅੰਦਰ ਦੀ ਬਰਿਆਈ ਖਤਮ ਹੋਈ ਹੈ। ਮੇਰੇ ਗੁੱਟ ਤੇ ਚੂੜੀਆਂ ਚੂੜਾ ਉਤਰ ਕੇ ਸਰਬਲੋ ਦਾ ਕੜਾ ਪੈ ਗਿਆ ਹੈ। ਬੜਾ ਆਨੰਦ ਆਇਆ ਸਾਧ ਸੰਗਤ ਜੀ। ਆਪਾਂ ਤੇ ਕਹਿ ਸੁਣ ਕੇ ਹੀ ਜ਼ਿੰਦਗੀ ਲੰਘਾਈ ਜਾਂਦੇ। ਕਈ ਤੁਰ ਪਏ ਕਈ ਜਿਨ੍ਹਾਂ ਨੇ ਪਹੁੰਚ ਜਾਣਾ, ਕਿਉਂਕਿ ਜਿਹੜਾ ਤੁਰ ਪਏ ਨਾ ਉਹ ਇੱਕ ਦਿਨ ਤੁਸੀਂ ਤੁਰੇ ਤੇ ਬੌਲੀ ਸਾਹਿਬ ਆ ਹੀ ਗਏ ਨਾ। ਜਿਹੜਾ ਖੜਾ ਹੀ ਰਹਿੰਦਾ ਉਹ ਨਹੀਂ ਉਹ ਪਹੁੰਚਦਾ ਨਹੀਂ। ਤੇ ਉਹਨਾਂ ਨੇ ਫਿਰ ਕਿਹਾ, ਕਹਿੰਦੇ ਅਸੀਂ ਜਿੱਥੇ ਵੀ ਜਾਂਦੇ ਸਾਨੂੰ ਜਿਹੜਾ ਬੋਲ ਚੰਗਾ ਲੱਗੇ ਨਾ ਉਹ ਅਸੀਂ ਡਾਇਰੀ ਤੇ ਲਿਖ ਲਈਦਾ ਵੀ ਚੇਤਾ ਨਾ ਭੁੱਲ ਜੇ। ਇਹਨੂੰ ਕਹਿੰਦੇ ਹੋਮਵਰਕ। ਉਹਦਾ ਚੇਤਾ ਨਹੀਂ ਰਹਿੰਦਾ। ਕਥਾ ਕਿੰਨੀਆਂ ਸੁਣਾਈਆਂ 10 ਨੇ ਤੁਹਾਨੂੰ, ਮੈਨੂੰ ਆਪ ਨੂੰ ਚੇਤਾ ਭੁੱਲ ਜਾਂਦਾ। ਕਿਉਂਕਿ ਜਿਨ੍ਹਾਂ ਨੇ ਪਹੁੰਚਣਾ ਨਾ, ਹੁਣ ਬੱਚੇ ਨੂੰ ਸਟੂਡੈਂਟ ਉਹਨੂੰ ਟੀਚਰ ਜਿਹੜਾ ਹੈ ਹੋਮਵਰਕ ਦਿੰਦਾ, ਬੇਟਾ ਕੱਲ੍ਹ ਨੂੰ ਆ ਮੈਂ ਤੇਰੇ ਤੋਂ ਸੁਣਨਾ। ਉਹ ਤਾਂ ਕਰਕੇ PhD ਕਰ ਜਾਂਦਾ ਵੇਖ ਲਓ, ਕਿਉਂਕਿ ਉਹਨੂੰ ਰਿਪੀਟ ਕਰਦਾ। ਆਪਾਂ ਇੱਥੇ ਸੁਣ ਲੈਣਾ, ਮੈਂ ਕਹਿ ਦੇਣਾ, ਬਾਅਦ 'ਚ ਆਪਾਂ ਨੂੰ ਚੇਤਾ ਭੁੱਲ ਜਾਣਾ। ਤੋ ਇਸ ਕਰਕੇ ਬੜੀ ਵਧੀਆ ਪਿਆਰੀ ਦਾਸਤਾਨ ਲੱਗੀ ਵੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਕਿੱਥੇ ਕੈਨੇਡਾ ਤੇ ਸਿੱਖੀ ਕਿੰਨਾ ਪਿਆਰ। ਕਹਿੰਦੇ ਵੀਰ ਜੀ 3 ਵਾਰੀ ਰਵਾਇਆ ਤੁਸੀਂ ਅੱਜ, 3 ਵਾਰੀ ਰਵਾਇਆ ਮੈਨੂੰ ਕਥਾ 'ਚ। ਤੇ ਅਗਲੇ ਦਿਨ ਉਹਨਾਂ ਦੀ ਫਲੈਟ ਸੀ। ਕਹਿੰਦੇ ਜੀ ਨਹੀਂ ਕਰਦਾ, ਪਰ ਤੁਹਾਡੀਆਂ ਯਾਦਾਂ ਸੰਗਤ ਦੀਆਂ ਵੀ ਇੱਥੇ ਪਹਿਲੀ ਵਾਰੀ ਆਏ ਤੇ ਸੰਗਤ ਦੇ ਵਿੱਚ ਬੜਾ ਆਨੰਦ ਆਇਆ। ਤੁਸੀਂ ਇੱਥੋਂ ਹਿਸਾਬ ਲਓ ਵੀ ਆਪਾਂ ਕਿੰਨੇ ਕਰਮਾਂ ਵਾਲੇ ਹਾਂ। ਗੁਰੂ ਅੰਗਦ ਸਾਹਿਬ ਜੀ ਰੋਜ਼ ਕਥਾ ਸੁਣਦੇ ਹਨ। ਭਾਈ ਬਾਲਾ ਜੀ ਸੁਣਾ ਰਹੇ ਹਨ, ਭਾਈ ਪਾਰੂ ਜੀ ਪਰਮਹੰਸ, ਭਾਈ ਦੂਜੀਵਾ ਜੀ
ਗੁਰੂ ਅਮਰਦਾਸ ਪਾਤਸ਼ਾਹ ਅਜੇ ਅਮਰੂ ਜੀ ਹਨ। ਇਹ ਵੀ ਕਥਾ ਰੋਜ਼ ਸੁਣਦੇ ਆ। ਜਿਹੜੀ ਕਥਾ ਤੁਸੀਂ ਸੁਣਦੇ, ਇਹ ਕਥਾ ਜਿਹੜੀ ਹੈ ਗੁਰੂ ਅਮਰਦਾਸ ਤੇ ਗੁਰੂ ਅੰਗਦ ਸਾਹਿਬ ਨੇ ਬਾਲਾ ਜੀ ਤੋਂ ਸੁਣੀ। ਕਿੰਨਾ ਭਾਵ ਹੋਵੇਗਾ ਕਥਾ ਸੁਣਨ ਦਾ। ਸੋ ਮਹਾਰਾਜ ਜੀ 5 ਦਿਨ ਰਹੇ ਉਸ ਦੇਸ਼ ਦੇ ਵਿੱਚ। ਉਹਨਾਂ ਰੂਹਾਂ ਦੇ ਕੋਲ ਮਹਾਰਾਜ ਸੱਚੇ ਪਾਤਸ਼ਾਹ ਜੀ, ਔਰ ਉੱਥੇ ਰਹਿ ਕਰਕੇ ਉਹਨਾਂ ਨੂੰ ਰਸਤੇ ਪਾਉਣਾ ਕੀਤਾ। ਕਰ ਜੁਰ ਪੁਮਨ ਬਿਨ ਜਬ ਖਨ ਪਈਏ ਤਨ ਮਾਇਆ ਸੋ ਤੁਮਾਰੀ। ਕਹਿੰਦੇ ਸਾਰੀ ਸੰਗਤ ਇਕੱਠੀ ਹੋ ਕੇ ਆਈ ਜਿੱਦਾਂ ਤੁਸੀਂ ਹੋ। ਇਹ ਸਾਰਿਆਂ ਨੇ ਇਕੱਠੇ ਹੋ ਕੇ ਹੱਥ ਜੋੜ ਕੇ ਆਖਿਆ, ਬਾਬਾ ਨਾਨਕ ਜੀ ਤੁਸੀਂ ਧੰਨ ਹੋ, ਤੁਹਾਡੇ ਮੁਰੀਦ ਵੀ ਧੰਨ ਹਨ ਤੇ ਸਾਡੀ ਨਗਰੀ ਵੀ ਧੰਨ ਹੋਈ। ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਪਏ ਹਨ, ਤੁਹਾਡੇ ਵਰਗੇ ਰੰਗੇ ਹੋਏ ਆਏ ਹਨ ਜਿਨ੍ਹਾਂ ਸਾਨੂੰ ਵੀ ਰੰਗ ਦਿੱਤਾ ਹੈ। ਮਤ ਬੰਧਨ ਕੋ ਗਤ ਪੰਧ ਦਇਓ ਸੁਖ ਕੰਦ ਗੋਬਿੰਦ ਮੁਕੰਦ ਉਦਾਰੀ। ਕਹਿੰਦੇ ਉਹ ਜਿੰਨੀਆਂ ਵੀ ਰੂਹਾਂ ਸਨ ਨਾ ਜਾਦੂ ਟੂਣਾ ਕਰਨ ਵਾਲੀਆਂ, ਪੁੱਠੇ ਕੰਮਾਂ 'ਚ ਪੈ ਜਾਂਦੀਆਂ। ਮਹਾਂਪੁਰਖ ਕਹਿੰਦੇ ਬੁੱਧੀ ਇੱਕ ਵੇਲ ਹੈ, ਜੇ ਤੇ ਇਹਨੂੰ ਦਰਖਤ ਮਿਲ ਜੇ ਤੇ ਇਹ ਦਰਖਤ ਤੇ ਚੜ ਜਾਂਦੀ ਹੈ ਤੇ ਉੱਚੀ ਚਲੀ ਜਾਂਦੀ ਹੈ, ਤੇ ਜੇ ਇਹਨੂੰ ਖੂਹ ਮਿਲ ਜੇ ਤੇ ਫਿਰ ਇਹ ਜਿਹੜੀ ਵੇਲ ਹੈ ਖੂਹ ਦੇ ਵਿੱਚ ਚਲੀ ਜਾਂਦੀ ਹੈ। ਇਸੇ ਤਰ੍ਹਾਂ ਤੁਹਾਡੇ ਬੱਚੇ ਆ, ਜੇ ਤੇ ਉਹਨਾਂ ਨੂੰ ਗੁਰਦੁਆਰਾ ਬਾਣੀ ਸਿੱਖੀ ਮਿਲ ਗਈ ਤੇ ਉਹਨਾਂ ਡਿਗਰੀ ਕਰਕੇ ਉੱਚੇ ਚਲੇ ਜਾਣਾ। ਕੋਈ ਵਕੀਲ ਬਣੂਗਾ, ਕੋਈ ਜੱਜ ਬਣੂਗਾ, ਕੋਈ ਪਾਇਲਟ ਬਣੂਗਾ, ਕੋਈ ਇੰਜੀਨੀਅਰ ਬਣੂਗਾ। ਤੇ ਜੇ ਇਸ ਬੁੱਧੀ ਰੂਪੀ ਵੇਲ ਨੂੰ ਮਾੜੇ ਬੰਦੇ ਦੀ ਸੰਗਤ ਮਿਲ ਗਈ, ਭਾਵ ਅਮਲੀ ਦੀ, ਜੁਆਰ ਦੀ, ਚੋਰੀ ਕਰਨ ਵਾਲੇ ਦੀ, ਠਗੀਆਂ ਮਾਰਨ ਵਾਲੇ ਦੀ, ਤੇ ਮਹਾਰਾਜ ਕਹਿੰਦੇ ਇਹ ਜਿਹੜੀ ਬੁੱਧੀ ਹੈ ਇਹ ਖੂਹ ਦੇ ਵਿੱਚ ਪੈ ਜਾਵੇਗੀ। ਤੇ ਖੂਹ ਵਾਲੀ ਵੇਲ ਦੀ ਬਹੁਤੀ ਕੋਈ ਕਦਰ ਨਹੀਂ ਹੁੰਦੀ, ਕਿਉਂਕਿ ਉਹ ਨੀਵੀਂ ਹੋ ਜਾਂਦੀ ਹੈ। ਜਿਹੜੀ ਵੇਲ ਸਾਧ ਸੰਗਤ ਦਰਖਤ ਤੇ ਚੜ੍ਹਦੀ ਹੈ ਉਹਨੂੰ ਸਾਰੇ ਵੇਖ ਕੇ ਖੁਸ਼ ਹੁੰਦੇ ਹੈ। ਭਾਵ ਜਿਨ੍ਹਾਂ ਨੇ ਤਰੱਕੀਆਂ ਕੀਤੀਆਂ, ਮਾਣ ਪ੍ਰਾਪਤ ਕੀਤੇ, ਉਹਨਾਂ ਨੂੰ ਆਵਾਜ਼ਾਂ ਮਾਰ ਮਾਰ ਕੇ ਕਹਿੰਦੇ ਇੱਕ ਫੋਟੋ ਹੀ ਖਿਚਾ ਲਿਓ ਸਾਡੇ ਨਾਲ। ਤੇ ਜਿਨ੍ਹਾਂ ਮੇਰੇ ਵਰਗਿਆਂ ਮਾੜੇ ਕੰਮ ਕੀਤੇ, ਅਗਲਾ ਵੇਖ ਕੇ ਬੂਹਾ ਢੋ ਲੈਂਦਾ, ਕਹਿੰਦੇ ਲੰਘ ਜੂ ਬਾਅਦ 'ਚ ਖੋਲਾਂਗੇ। ਤੋ ਇਸ ਕਰਕੇ ਬੁੱਧੀ ਵੇਲ ਦੀ ਤਰ੍ਹਾਂ ਹੈ। ਜੇ ਹੁਣ ਤੁਸੀਂ ਕਥਾ ਸੁਣਨ ਲੱਗ ਪਏ, ਕਈ ਨੌਜਵਾਨ ਧੀਆਂ ਬੱਚੀਆਂ ਵੀਰ ਬੈਠੇ ਹੈ, ਤੁਹਾਡਾ ਦਿਲ ਹੁਣ ਕਥਾ 'ਚ ਪੈ ਗਿਆ। ਤੁਹਾਨੂੰ ਟਾਈਮ ਜਦੋਂ ਹੁੰਦਾ ਤੁਹਾਨੂੰ ਇੱਕ ਤੂੜਾ ਖੋਈ ਜੀ ਨਹੀਂ ਲੱਗਦੀ। ਇਹ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛਿਆ ਸੀ ਇੱਕ ਸਿੱਖ ਨੇ, ਕਹਿੰਦੇ ਮਹਾਰਾਜ ਜੀ ਤੇਰੇ ਸਕੂਲ 'ਚ ਦਾਖਲਾ ਲੈਂਦੇ ਆ ਸਾਰੇ, ਪਰ ਤੁਸੀਂ ਕਿਹਨੂੰ ਦਾਖਲਾ ਦਿੰਦੇ ਆ? ਸੰਗਤ ਨੂੰ ਕਿੱਦਾਂ ਪਤਾ ਲੱਗੇ ਸਤਿਗੁਰੂ ਵੀ ਤੁਸੀਂ ਸਾਡੀ ਹਾਜ਼ਰੀ ਲਾ ਲਈ ਆ? ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਭਲਿਆ, ਜਦੋਂ ਸੰਗਤ ਵਿੱਚੋਂ ਛੁੱਟੀ ਹੋਵੇ ਤੇ ਰਾਤ ਨੂੰ ਨੀਂਦ ਨਾ ਆਵੇ, ਤੋੜਾ ਖੋਈ ਲੱਗੇ ਜਿੱਦਾਂ ਅਮਲੀ ਦਾ ਅਮਲ ਗਵਾਚਦਾ, ਇਹ ਸਮਝ ਲਾ ਗੁਰੂ ਸਾਹਿਬ ਦੇ ਘਰ ਹਾਜ਼ਰੀ ਲੱਗਣ ਲੱਗ ਪਈ। ਸਾਧ ਸੰਗਤ ਜੀ ਜਿਨ੍ਹਾਂ ਨਾਲ ਤੇ ਇੱਦਾਂ ਹੁੰਦਾ, ਤੁਹਾਡੇ 'ਚੋਂ ਸਮਝ ਲਓ ਦਾਖਲਾ ਮਿਲ ਗਿਆ। ਮੰਨ ਲਓ ਕਿਤੇ ਛੁੱਟੀ ਹੋ ਜਾਂਦੀ ਨਾ ਤੇ ਹੋਰ ਤਰ੍ਹਾਂ ਹੁੰਦਾ, ਫਿਰ ਸਮਝ ਲਓ ਹੁਣ ਹਾਜ਼ਰੀ ਲੱਗਦੀ ਹੈ। ਇਹ ਨਿਸ਼ਾਨੀ ਹੈ। ਮਹਾਰਾਜ ਸਾਹਿਬ ਜੀ ਨੂੰ ਸਾਰੀ ਸੰਗਤ ਆਈ, ਉੱਥੋਂ ਦੇ ਸਾਰੇ ਜੀਵ ਆਏ, ਹੱਥ ਜੋੜ ਕੇ ਕਹਿੰਦੇ ਮਹਾਰਾਜ ਅਸੀਂ ਭੈੜੀ ਮੱਤ ਵਾਲੇ ਸਾਨੂੰ ਤੁਸੀਂ ਸਿੱਧੇ ਰਸਤੇ ਪਾਉਣਾ ਕੀਤਾ ਹੈ। ਹੇ ਗੋਬਿੰਦ ਮੁਕੰਦ, ਹੇ ਸ੍ਰਿਸ਼ਟੀ ਦੇ ਮਾਲਕ, ਮਹਿਕ ਦੇ ਮਾਲਕ, ਰਸਾਂ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ। ਇਹ ਠੌਰ ਰਹੋ ਦਿਨ ਔਰ ਕਛੂ ਸਿਰ ਮੌਰ, ਤੋਹੀ ਜਗ ਮੈਂ ਗਤ ਕਰੀ। ਸਾਧ ਸੰਗਤ ਜੀ ਗੁਰੂ ਨਾਨਕ ਦੇ ਕੋਲੋਂ ਦੂਰ ਨਹੀਂ ਹੋਇਆ ਜਾਂਦਾ। ਆਖੋ ਸਤਿਨਾਮ ਵਾਹਿਗੁਰੂ, ਫੇਰ ਆਖੋ ਸਤਿਨਾਮ ਵਾਹਿਗੁਰੂ। ਆਪਾਂ ਸਾਰੇ ਗਰੀਬ ਗੁਰਬੇ ਆ, ਪਰ ਮੈਂ ਇੱਕ ਚੀਜ਼ ਵੇਖੀ ਬੌਲੀ ਸਾਹਿਬ, ਇੱਥੇ ਜਿੰਨੇ ਵੀ ਕਰੋੜਪਤੀ ਜਾਂ ਵਿਦੇਸ਼ਾਂ ਦੇ ਵਿੱਚੋਂ ਸੰਗਤ ਆਈ ਨਾ, ਰੋ ਕੇ ਗਏ। ਇਹ ਪਹਿਲੇ ਪਰਸਨ ਨਹੀਂ ਸਨ,
ਹੋਰ ਵੀ ਸੰਗਤਾਂ ਆਈਆਂ ਇੰਗਲੈਂਡ ਤੋਂ, ਅਮਰੀਕਾ ਤੋਂ, ਪਤਾ ਨਹੀਂ ਕਿਉਂ ਜਾਣ ਲੱਗੇ ਰੋ ਕੇ ਗਏ। ਤੇ ਮੈਂ ਇਹ ਚੀਜ਼ ਸੋਚਦਾ ਹੁੰਦਾ ਹੈ ਵੀ ਇਹਦਾ ਮਤਲਬ ਹੈ ਵੀ ਜਿਹੜਾ ਉਹ ਜਾਣ ਲੱਗੇ ਰੋਏ ਆ ਵੀ ਉਹਨਾਂ ਦਾ ਜਾਣ ਨੂੰ ਦਿਲ ਮਜਬੂਰੀ 'ਚ ਜਾ ਰਿਹਾ, ਤੇ ਅਸੀਂ ਰੋਂਦੇ ਆ ਵੀ ਮਹਾਰਾਜ ਸਾਨੂੰ ਛੇਤੀ ਭੇਜ ਦੇ। ਉਹ ਕਹਿ ਰਹੇ ਆ, ਕਹਿੰਦੇ ਜੀ ਨਹੀਂ ਕਰਦਾ, ਪਰ ਸੋਨੇ ਦੇ ਪਿੰਜਰੇ 'ਚ ਜਿੰਦ ਫਸ ਗਈ ਆ ਵੀ ਨਾ ਤੇ ਰਹਿ ਹੀ ਹੁੰਦਾ ਤੇ ਨਾ ਛੱਡ ਹੀ ਸਕਦੇ ਹਾਂ। ਤੋ ਇਸ ਕਰਕੇ ਥੋੜ੍ਹਾ ਜਿਹਾ ਗਿਆਨ ਮਿਲ ਜਾਂਦਾ, ਆਪਣੇ ਆਪ ਨੂੰ ਸੁੱਖ ਜਿਹਾ ਮਿਲਦਾ ਕਿ ਮਹਾਰਾਜ ਅਸੀਂ ਅਜੇ ਜਾਣਾ ਵਾ ਵਿਦੇਸ਼, ਸੈੱਟ ਹੋਣਾ ਵਾ। ਇਹ ਤਾਂ ਸੈੱਟ ਹੋ ਕੇ ਆਏ, ਇਹਨਾਂ ਨੂੰ ਤਾਂ 30-30 ਸਾਲ ਹੋ ਗਏ। ਜੇ ਇਹ ਰੋਂਦਾ ਤੇ ਫਿਰ ਇਹਦਾ ਮਤਲਬ ਤੂੰ ਸਾਨੂੰ ਆਪਣੇ ਕੋਲ ਬਿਠਾਇਆ ਵਧੀਆ। ਇਹ ਉਹਨਾਂ ਤੋਂ ਯਕੀਨ ਜਿਹਾ ਵੱਧ ਜਾਂਦਾ ਹੈ। ਤੋ ਇੱਥੇ ਸਤਿਗੁਰੂ ਮਹਾਰਾਜ ਕਹਿੰਦੇ 5 ਦਿਨ ਹੋ ਗਏ, ਸਾਨੂੰ ਛੁੱਟੀ ਦੇ ਦਿਓ। ਤੇ ਉਹ ਕਾਮਰੂਪ ਦੇਸ਼ ਵਿੱਚ ਉਹ ਬੀਬੀਆਂ ਬੰਦੇ, ਉਹ ਤਾਂ ਮਹਾਰਾਜ ਨੂੰ ਕਹਿੰਦੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਦਇਆ ਕਰੋ, ਸਾਡੇ ਕੋਲ ਹੋਰ ਸਮਾਂ ਗੁਜ਼ਾਰਾ ਕਰੋ। ਆਪੋ ਸਤਿਨਾਮ। ਅਸੀਂ ਹੋਰ ਸਮਾਂ ਤੁਹਾਨੂੰ ਰੱਖਣਾ ਚਾਹੁੰਦੇ ਹਾਂ, ਸਾਡਾ ਤੁਹਾਡੇ ਬਿਨਾਂ ਦਿਲ ਸਾਨੂੰ ਦੂਰ ਨਾ ਕਰਿਓ, ਚਰਨਾਂ ਦੇ ਨਾਲ ਹੀ। ਕਹਿੰਦੇ ਮਹਾਰਾਜ ਹੁਣ ਛੱਡ ਕੇ ਕਿਉਂ ਚੱਲੇ ਹੋ? ਪਿਆਰ, ਪ੍ਰੇਮ, ਸ਼ਰਧਾ, ਭਾਵਨਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਜੰਗਲ ਵਿੱਚ ਕੀਰਤਨ ਕਰਦੇ ਸਨ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਨ ਕਿ ਜਦੋਂ ਰੱਬੀ ਰਬਾਬ ਬੰਦ ਹੁੰਦੀ ਸੀ ਤੇ ਜਿਹੜੇ ਜੀਵ ਜੰਤੂ ਉਹਨਾਂ ਦੀਆਂ ਅੱਖਾਂ 'ਚ ਵੀ ਪਾਣੀ ਵਗਦਾ ਸੀ ਕਿ ਮਹਾਰਾਜ ਜੀ ਹੁਣ ਚਲੇ ਭਾਵੇਂ ਟੇਢੀਆਂ ਜੂਨਾਂ ਸਨ, ਉਹਨਾਂ ਜੂਨਾਂ ਨੂੰ ਟੇਢੀਆਂ ਜੂਨਾਂ ਕਹਿੰਦੇ, ਪਰ ਹੈ ਤੇ ਕੋਈ ਗਲਤੀ ਕਰਕੇ ਹੀ ਹੈ। ਜਿਸ ਤਰ੍ਹਾਂ ਸੱਪ ਸਨ, ਮੋਰ ਸਨ, ਖਰਗੋਸ਼, ਸਹੇ, ਹਿਰਨ। ਗੁਰੂ ਨਾਨਕ ਰੱਬ ਸੀ, ਉਹ ਜੀ ਰੱਬ ਦੇ ਸਨ, ਤੇ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਦੇ ਮਗਰ ਹੀ ਤੁਰਦੇ ਸਨ। ਕਹਿੰਦੇ ਤਾਰੇ ਗਿਣੇ ਜਾਤ ਹੈ, ਨਾ ਗਿਨਾਤ ਹੈ, ਜਿਨ ਕੋ ਗੁਰੂ ਨਾਨਕ ਨੇ ਤਾਰਾ। ਤਾਰਿਆਂ ਦੀ ਗਿਣਤੀ ਹੋ ਸਕਦੀ ਹੈ, ਪਰ ਜਿਨ੍ਹਾਂ ਨੂੰ ਬਾਬੇ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਇਸ ਕਰਕੇ ਸਾਧ ਸੰਗਤੋ ਸਾਰੀ ਕਾਮਰੂਪ ਨਗਰੀ ਬੇਨਤੀ ਕਰਦੀ ਹੈ, ਮਹਾਰਾਜ ਤੁਸੀਂ ਸਾਡੇ ਕੋਲ ਪੱਕੇ ਹੀ ਰਹਿ ਪਓ, ਸਾਡਾ ਦਿਲ ਨਹੀਂ ਕਰਦਾ, ਮਹਾਰਾਜ ਸਾਨੂੰ ਤੁਸੀਂ ਦੂਰ ਨਾ ਕਰਿਓ। ਸਵਈਆ ਨਿਤ ਵਾਹਿਗੁਰੂ ਮੁਖ ਨਾਮ ਜਪੋ, ਅਰਦਾਸ ਤੇ ਹਾਵਲ ਕੀ ਕਰੀਏ। ਕਹਿੰਦੇ ਜਦੋਂ ਮਹਾਰਾਜ ਜੀ ਨੇ ਉੱਥੋਂ ਚਾਲੇ ਪਾਉਣ ਲੱਗੇ ਨਾ, ਮੇਰੇ ਗੁਰੂ ਨਾਨਕ ਸਾਹਿਬ ਤੇ ਬਾਲਾ ਮਰਦਾਨਾ, ਇਹ ਗੁਰੂ ਅੰਗਦ ਸਾਹਿਬ ਜੀ ਕਥਾ 'ਚ ਹੁੰਗਾਰਾ ਭਰ ਰਹੇ, ਅੱਜ ਤੁਸੀਂ ਭਰ ਰਹੇ ਆ। ਭਾਈ ਬਾਲਾ ਜੀ ਨੂੰ ਕਹਿੰਦੇ ਭਾਈ ਬਾਲਾ ਫਿਰ ਅੱਗੇ ਕਿਉਂ ਕਰਸੀ, ਕੀ ਹੋ ਸੀ, ਕੈਸੀ ਕਥਾ ਵਰਤੀ? ਭਾਈ ਬਾਲਾ ਜੀ ਕਹਿੰਦੇ ਜੀ ਉਹ ਤਾਂ ਰੋਣ ਲੱਗ ਪਏ, ਵਿਰਾਗ ਕਰਨ ਲੱਗ ਪਈਆਂ ਬੀਬੀਆਂ ਬੰਦੇ। ਵੇਖੋ ਜੀ ਬੁੱਧੀ ਖੂਹ 'ਚ ਡਿੱਗੀ ਸੀ, ਤੇ ਬਾਬੇ ਨਾਨਕ ਨੇ ਆ ਕੇ ਨਾਮ ਦੇ ਰੁੱਖ ਤੇ ਚੜਾਤੀ। ਹੁਣ ਬੰਦਾ ਕੋਈ ਨਹੀਂ ਜੇ ਮਾੜਾ ਹੁੰਦਾ, ਮਾਫ ਕਰਿਓ, ਬੰਦੇ 'ਚ ਬੁਰਾਈਆਂ ਹੁੰਦੀਆਂ। ਉਹੀ ਬੰਦਾ ਹੁੰਦਾ ਜਦੋਂ ਨਸ਼ਾ ਪੱਤਾ ਕਰਦਾ ਹੈ ਤੇ ਉਹਨੂੰ ਸਾਰੇ ਨਫ਼ਰਤ ਕਰਦੇ ਹੈ। ਜਦੋਂ ਫਿਰ ਸੁਧਰ ਜਾਂਦਾ ਹੈ, ਉਹਦਾ ਕੰਮ ਕਾਰੋਬਾਰ ਸੋਹਣਾ, ਸਾਰੇ ਉਹਨੂੰ ਆਵਾਜ਼ਾਂ ਮਾਰਦੇ ਆ ਜਾਓ ਜਥੇਦਾਰ ਜੀ ਚਾਹ ਪੀ ਲਓ। ਇਹਦਾ ਮਤਲਬ ਹੈ ਬੰਦਾ ਨਹੀਂ ਮਾੜਾ ਕੋਈ ਵੀ, ਅਵਲ ਅੱਲ੍ਹੇ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਏਕ ਨੂਰ ਤੇ ਸਭ ਜਗ ਉਪਜਿਆ, ਏਕ ਨੂਰ ਤੇ ਸਭ ਜਗ ਉਪਜਿਆ, ਏਕ ਨੂਰ ਤੇ ਸਭ ਜਗ ਉਪਜਿਆ।
बंदे, कौन भले को मंदे। कौन भले को मंदे, कौन भले को मंदे। कुदरत के सब बंदे, कुदरत के सब बंदे। कुदरत के सब बंदे, कुदरत के सब बंदे। साध संगत जी महाराज कहते अगे की होया। भाई बाला जी कहन लगे महाराज जी फिर जो उन्होंने विराग किया ना कि बाबा जी सानू छड्ड के ना जायो, साडा दिल नहीं लगना, एक घड़ी ना मिलते तां कल जुग होता। जे तुसीं अज कथा सुनी ते तुहाडे अंदर भी चाह हो, नहीं ते असीं तां माफ़ी मंगदे आ। साडे दादे सहज पाठ कराउंदे सी, साडे भापे होना ने खंड पाठ कराया, असीं हुण सुखमनी साहिब ते आ गए हां। ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਬਾਹਰੋਂ ਆਉਣਗੇ, ਇਹਨਾਂ ਨੇ ਕਹਿਣਾ ਬਾਬਾ ਜਪਜੀ ਸਾਹਿਬ ਸੁਣਾ। ਕਈ ਅੱਜ ਵੀ ਗੁੱਸਾ ਨਾ ਕਰਿਓ ਬਾਬਾ ਜੀ ਪਾਠ ਕਰਾਉਣਾ। ਮੈਂ ਕਿਹਾ ਜੀ ਆਪਾਂ ਗ੍ਰੰਥੀ ਸਿੰਘ, ਨਹੀਂ ਨਹੀਂ ਬਾਬਾ ਜੀ ਜਪਜੀ ਸਾਹਿਬ ਦਾ ਪਾਠ ਕਰਾਉਣਾ ਤੇ ਤੁਸੀਂ ਗੁੜਕਾ ਸਾਹਿਬ ਲੈ ਆਇਓ, ਇਕੱਲੇ ਆ ਜਾਇਓ। ਮੈਂ ਕਿਹਾ ਵੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਲੈ ਆਏਗੀ। ਕਹਿੰਦੇ ਜੀ ਸਮਾਂ ਨਹੀਂ ਹੈਗਾ, ਵੀ ਤਿਆਰੀ ਕਰਨੀ ਪੈਣੀ ਆ, ਚੰਦੋਆ ਲਾਉਣਾ ਪੈਣਾ ਵਾ, ਸੰਗਤ ਲਿਆਉਣੀ, ਇਸ ਕਰਕੇ ਨਾ ਤੁਸੀਂ ਭੇਟਾ ਭਾਵੇਂ ਪੂਰੀ ਲੈ ਲਿਓ। ਤੇ ਤੁਸੀਂ ਇਹਦਾ ਕਾਰਨ ਹੈ ਵੀ ਬੱਧਾ ਚੱਟੀ ਹੋਣ ਲੱਗ ਪਈ, ਬੱਧਾ ਚੱਟੀ ਵੀ ਇੱਕ ਖਹਿੜਾ ਜਿਹਾ ਛਡਾਉਣ ਵਾਲੀ ਗੱਲ ਹੈ। ਜਿੱਥੇ ਹੁਣ ਸਤਿਗੁਰੂ ਦਾ ਸਰੂਪ ਆ, ਵੇਖੋ ਜਦੋਂ ਪਹਿਲਾ ਪ੍ਰਕਾਸ਼ ਹੋਇਆ ਤੇ ਮੇਰੇ ਗੁਰੂ ਅਰਜਨ ਸਾਹਿਬ ਉਸ ਦਿਨ ਤੋਂ ਪੀੜੇ ਤੇ ਨਹੀਂ ਸੁੱਤੇ। ਤੇ 10ਵੇਂ ਪਾਤਸ਼ਾਹ ਮਹਾਰਾਜ ਦੇ ਜਦੋਂ ਖੰਜਰ ਵੱਜਾ ਹਜ਼ੂਰ ਸਾਹਿਬ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਮਰ ਕੱਸਾ ਕਰਕੇ ਸਾਰੀ ਸੰਗਤ ਨੂੰ ਇਕੱਠਿਆਂ ਕਰਕੇ ਆਖਿਆ ਸੀ, ਸੰਗਤ ਜੀ ਹੁਣ ਅਕਾਲ ਪੁਰਖ ਦੇ ਸੱਦੇ ਆ ਗਏ ਅਤੇ ਸਾਨੂੰ ਵਿਦਾ ਕਰੋ। ਉੱਥੇ ਸੰਗਤਾਂ ਦੇ ਵਿਰਾਗ ਛੁੱਟ ਗਏ ਸੀ ਤੇ ਉਦੋਂ ਮਹਾਰਾਜ ਨੇ ਆਖਿਆ ਸੀ ਤੁਹਾਨੂੰ ਰੋਣਾ ਕਿਉਂ ਆਇਆ? ਸੰਗਤ ਕਹਿੰਦੇ ਮਹਾਰਾਜ ਸਾਨੂੰ ਕਿਹਦੇ ਲੜ ਲਾ ਕੇ ਚੱਲੇ ਆ? ਤੇ ਮੇਰੇ ਪਾਤਸ਼ਾਹ ਕਹਿੰਦੇ ਤੁਹਾਨੂੰ ਪ੍ਰਗਟ ਗੁਰਾਂ ਦੀ ਦੇਹ ਦੇ ਕੇ ਚੱਲੇ। ਕਹਿੰਦੇ ਕਿੱਥੇ ਆਏ? ਬਾਬਾ ਮਣੀ ਸਿੰਘ ਤਾਬਿਆ ਬੈਠੇ ਸਾਡੇ ਗ੍ਰੰਥੀ ਸਾਹਿਬ, ਤੇ ਮਹਾਰਾਜ ਨੇ 5 ਪੈਸੇ ਨਾਰੀਅਲ ਲੈ ਕੇ ਰੁਮਾਲਾ ਸਾਹਿਬ ਤੇ ਸ੍ਰਿਸ਼ਟੀ ਦਾ ਮਾਲਕ ਬਾਜਾਂ ਵਾਲਾ ਤਾਜਾਂ ਵਾਲਾ ਸਤਿਗੁਰੂ 10 ਲੱਖ ਬੰਦੇ ਦਾ ਜ਼ੋਰ ਲੱਗ ਗਿਆ। ਮੇਰੇ ਬਾਪੂ ਬਾਜਾਂ ਵਾਲੇ ਦਾ ਸਿਰ ਨਹੀਂ ਝੁਕਾ ਸਕੇ। 10 ਲੱਖ ਬੰਦੇ ਦਾ ਜ਼ੋਰ ਲੱਗਾ, ਮੇਰੇ ਬਾਪੂ ਦੇ ਹੱਥ ਨਹੀਂ ਜੜਾ ਸਕੇ। 10 ਲੱਖ ਬੰਦੇ ਦੀਆਂ ਚੀਕਾਂ ਨਿਕਲੀਆਂ, ਮਾਰੇ ਤਾੜੀਆਂ ਮਾਰ ਕੇ ਗਏ ਚਮਕੌਰ ਚੋਂ, ਕਹਿੰਦੇ ਆ ਜਾਓ ਜੇ ਬਾਹਾਂ 'ਚ ਜ਼ੋਰ ਆ। ਪਰ ਅੱਜ ਸਾਰੀਆਂ ਸੰਗਤਾਂ ਦੀਆਂ ਅੱਖਾਂ ਗਿੱਲੀਆਂ ਕਿ ਜਿਹੜਾ 10 ਲੱਖ ਨੂੰ ਵੰਗਾਰਨ ਵਾਲਾ ਏ, ਅੱਜ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਪਣਾ ਸਿਰ ਝੁਕਾ ਕੇ ਗੋਡੇ ਮੂੰਹ ਦੇ ਮਾਰ ਕੇ ਮੱਥਾ ਟੇਕਦਾ। ਸਤਿ ਸ੍ਰੀ ਅਕਾਲ। ਤੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਨਤਮਸਤਕ ਹੋਣਾ ਕੀਤਾ। ਆਪਾਂ ਕਿੰਨੇ ਕਰਮਾਂ ਵਾਲੇ, ਆਪਾਂ ਉਸ ਗੁਰੂ ਦੇ ਕੋਲ ਬੈਠੇ ਆ। ਮਾਣ ਕਰਿਆ ਕਰੋ ਮਾਣ, ਇਹ ਨਾ ਕੱਲਾ ਰੁਮਾਲਾ ਸਾਹਿਬ ਵੇਖੋ, ਇਹ ਵੇਖੋ ਇਹ ਉਹ ਪ੍ਰਗਟ ਗੁਰਾਂ ਕੀ ਦੇ ਆ ਜਿਹਦੇ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਸਿਰ ਝੁਕਿਆ। ਇਸ ਕਰਕੇ ਆਪਾਂ 4 ਪ੍ਰਾਹੁਣੇ ਆ ਜਾਣ ਉਹਨਾਂ ਦੇ ਮਗਰ ਤੁਰੇ ਫਿਰਦੇ ਆ ਤੇ ਸੁਖਮਨੀ ਸਾਹਿਬ ਕੱਲਾ ਭਾਈ ਪੜ੍ਹਦਾ, ਕੋਈ ਅੰਦਰ ਹੀ ਨਹੀਂ ਬਹਿੰਦਾ, ਜਾਣੀ ਸਾਨੂੰ ਪਤਾ ਹੀ ਨਹੀਂ ਵੀ ਇਹ ਕੌਣ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਗਟ ਗੁਰਾਂ ਕੀ ਦੇ ਹੈ। ਤੇ ਮਹਾਰਾਜ ਸਾਹਿਬ ਜਿੱਦਾਂ ਆਪ ਭੋਗ ਲਾਉਂਦੇ ਸੀ ਉੱਦਾਂ ਹੀ ਮਰਜ਼ਾਦਾ ਦੱਸ ਕੇ ਗਏ ਵੀ ਜੇ ਪ੍ਰਸ਼ਾਦਾ ਵਰਤਾਉਣਾ ਤੇ ਭੋਗ ਲਵਾਇਓ, ਕੜਾਹ ਪ੍ਰਸ਼ਾਦ ਦੀ ਦੇਗ ਸੱਚੀ ਬਣਾਇਓ। ਤੋ ਇਸ ਤਰ੍ਹਾਂ ਕਰਕੇ ਹੁਣ ਕਾਮਰੂਪ ਦੀ ਸੰਗਤ ਵੀ ਰੋ ਰਹੀ ਹੈ। ਤੇ ਮਹਾਰਾਜ ਸਾਹਿਬ ਜੀ ਉਪਦੇਸ਼ ਦਿੱਤਾ, ਕਹਿੰਦੇ ਰੋਣਾ ਨਹੀਂ, ਨਿਤ ਵਾਹਿਗੁਰੂ ਮੁਖ ਨਾਮ ਜਪੋ। ਕਹਿੰਦੇ ਰੋਜ਼ ਨਾ ਸਵੇਰੇ ਤੇ ਸ਼ਾਮ ਇਕੱਠੇ ਹੋ ਕੇ ਵਾਹਿਗੁਰੂ ਦਾ ਜਾਪ ਕਰਿਓ। ਵਾਹਿਗੁਰੂ 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 ਵਾਹਿਗੁਰੂ
ਮਹਾਰਾਜ ਕਹਿੰਦੇ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਬਹਿਣਾ, ਲੜਨਾ ਨਹੀਂ। ਇਹ ਮੰਤਰ ਤੰਤਰ ਸਭ ਛੱਡਦੇ ਨੇ, ਤੁਹਾਨੂੰ ਵਾਹਿਗੁਰੂ ਗੁਰਮੰਤਰ ਦੇਣਾ। ਆ ਜਿਹੜਾ ਵਾਹਿਗੁਰੂ ਨਾ, ਇਹ ਬੜਾ ਵੱਡਾ ਮੰਤਰ ਹੈ, ਗੁਰਮੰਤਰ ਹੈ, ਇੱਕ ਮੂਲ ਮੰਤਰ ਹੈ। ਤੇ ਉਹ ਸਾਰੇ ਉਹ ਦੇਸ਼ ਹੀ ਮੰਤਰਾਂ ਦਾ ਸੀ। ਉਹ ਜਾਦੂ ਟੂਣੇ ਕਰਦੇ ਸੀ, ਤੰਤਰ ਮੰਤਰ ਛੂਹ ਕਾਬੂ ਕਰਨ ਵਾਲੇ। ਤੇ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਤੁਸੀਂ ਇਹ ਮੰਤਰ ਨਹੀਂ ਪੜ੍ਹਨਾ ਜਿਹੜਾ ਕਿਸੇ ਨੂੰ ਭੇਡੂ ਬਣਾ ਦੇ, ਜਿਹੜਾ ਕਿਸੇ ਦਾ ਬੇੜਾ ਗਰਕ ਕਰੇ, ਜਿਹੜਾ ਕਿਸੇ ਨੂੰ ਦੁਖੀ ਕਰੇ। ਤੁਸੀਂ ਸਾਰਿਆਂ ਨੇ ਧਰਮਸ਼ਾਲਾ 'ਚ ਸਵੇਰੇ ਤੇ ਸ਼ਾਮ ਨੂੰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਹੈ। ਇਹ ਜਾਪ ਤੁਸੀਂ ਕਰਨਾ ਹੈ। ਤੇ ਅਰਦਾਸ ਤਿਹਾਵਲ ਕੀ ਕਰੀਏ? ਕਹਿੰਦੇ ਕੜਾਹ ਪ੍ਰਸ਼ਾਦ ਬਣਾਉਣਾ ਹੈ। ਤੇ ਮੇਰਾ ਦਿਲ ਕਹਿੰਦਾ ਹੈ ਕਿ ਉਹਨਾਂ ਨੂੰ ਕੜਾਹ ਪ੍ਰਸ਼ਾਦ ਵੀ ਬਣਾਉਣਾ ਨਹੀਂ ਆਉਂਦਾ, ਕਿਉਂਕਿ ਉੱਥੇ ਮਾਰੇ ਪਹਿਲੀ ਵਾਰ ਗਏ ਨਾ। ਜੇ ਧਰਮਸ਼ਾਲਾ ਉਹਨਾਂ ਨੂੰ ਬਣਾ ਕੇ ਦਿੱਤੀ, ਪਹਿਲਾਂ ਨਾਮ ਆਪ ਜਪਿਆ ਤੇ ਉਹਨਾਂ ਨੂੰ ਜਪਾਇਆ, ਤੇ ਫਿਰ ਮਹਾਰਾਜ ਨੇ ਉਹਨਾਂ ਨੂੰ ਇਹ ਵੀ ਦੱਸਿਆ ਵੀ ਕੜਾਹ ਪ੍ਰਸ਼ਾਦ ਦੀ ਦੇਗ ਕਰਨੀ ਰੋਜ਼, ਭਾਵੇਂ ਥੋੜੀ ਕਰਿਓ। ਆਖੋ ਸਤਿਨਾਮ। ਹੁਣ ਕਿਉਂਕਿ ਪਹਿਰਾ ਇਦਾਂ ਦਾ ਵੀ ਸ਼ਰਧਾ ਨਹੀਂ ਨਾ। ਤੇ ਜੇ ਆਪਾਂ ਸੋਚੀਏ ਨਾ, ਤੁਸੀਂ ਬੇਨਤੀ, ਚਲੋ ਅੱਜ ਮੌਕਾ ਮਿਲ ਗਿਆ, ਆ ਤੁਸੀਂ ਕਿੰਨੀ ਸੰਗਤ ਹੈ ਨਾ, ਮੇਰੇ ਖਿਆਲ 4 5 6 7 8 9 10 11 12, ਇਹ 50 ਕੇ ਇੱਧਰ ਆ, 60 ਕੇ ਇੱਧਰ ਹੈ ਨਾ, 100 150 ਤੇ ਆਪਾਂ ਬੈਠੇ ਆ। ਤੇ ਜੇ ਮੰਨ ਲਓ ਇੱਕ ਰੂਹ ਸ਼ਾਮਾਂ ਨੂੰ ਰੋਜ਼ ਕੜਾਹ ਪ੍ਰਸ਼ਾਦ ਲਿਆਵੇ ਨਾ, ਇੱਕ ਰੂਹ, ਮੇਰੇ ਖਿਆਲ ਅੱਧਾ ਕਿਲੋ ਦੀ ਦੇਗ ਇੰਨੀ ਸੰਗਤ ਨੂੰ ਵਧੀਆ ਵਰਤਦੀ। ਇਹ ਭਾਵਨਾ ਇਹ ਮੈਂ ਤੁਹਾਨੂੰ ਬਚਨ ਨਹੀਂ ਕਰਦਾ, ਵੈਸੇ ਮੇਰੇ ਮਨ ਦਾ ਫੁਰਨਾ। ਜਿੱਦਾਂ ਕਈ ਵਾਰੀ ਪ੍ਰਸ਼ਾਦ ਜਿਹੜਾ ਹੁੰਦਾ ਸਵੇਰ ਦਾ ਹੁੰਦਾ ਹੈ ਨਾ, ਉਹਨੂੰ ਗਰਮ ਕਰੀਦਾ, ਉਹ ਜਦੋਂ ਆਪਾਂ ਛਕੀਦਾ ਤੇ ਉਹ ਜਾਂਦਾ ਨਹੀਂ ਥੱਲੇ ਨਾ, ਉਹ ਫਿਰ ਇੱਕ ਦੂਜੇ ਨੂੰ ਆਪਾਂ ਇੱਦਾਂ ਦੇਣ ਦੇ ਹੋਈਦਾ। ਮੈਂ ਵੀ ਇੱਦਾਂ ਹੀ ਕਰਦਾ, ਮੈਂ ਮਾੜਾ ਨਹੀਂ ਕਹਿੰਦਾ, ਪਰ ਵਿਧੀ ਨਹੀਂ, ਵਿਧੀ ਆ ਗਈ ਹੁਣ ਜੇ ਆਪਾਂ 150 ਜਾਣਾ ਸੰਗਤ ਆ ਤੇ ਮਹੀਨੇ ਦੇ ਦਿਨ ਕਿੰਨੇ ਆ? 30 ਤੇ 30 60 60 ਤੇ 30 90 ਜਾਣੀ ਜੇ 90 ਜਾਣੇ ਵੀ ਆਪਾਂ 100 ਜਾਣਾ ਗਿਣੀਏ ਨਾ ਵਿੱਚੇ ਦਾਸ ਪਾ ਕੇ, ਤੇ ਇੱਕ ਘਰ ਸ਼ਰਧਾ ਨਾਲ ਰੋਜ਼ ਦੇਗ ਲਿਆਵੇ ਨਾ ਅੱਧਾ ਕਿਲੋ ਦੀ, ਇੱਕ ਤੇ ਆਪਣਾ ਘਰ ਸਵਰਗ ਬਣ ਜਾਣਾ। ਤੇ ਇੱਕ ਵਾਰੀ ਤੁਹਾਡੀ ਆਉਣੀ 3 ਮਹੀਨਿਆਂ ਬਾਅਦ, ਹੈ ਨਾ। ਤੇ ਮਹੀਨੇ ਦੀ ਮੇਰੇ ਖਿਆਲ ਸਾਰੇ ਘਰਾਂ 'ਚ 7-8 ਹਜ਼ਾਰ ਦੀ ਦਵਾਈ ਤੇ ਆਉਂਦੀ ਹੈ, ਜ਼ਿਆਦੀ ਆ ਜਾਂਦੀ। ਜੇ ਜੁੜਨਾ ਹੋਵੇ ਨਾ ਸ਼ਰਧਾ ਨਾਲ, ਮੇਰੀਆਂ ਭੈਣਾਂ ਬੈਠੀਆਂ, ਇਹ ਕੰਮ ਭੈਣਾਂ ਹੀ ਕਰਨਾ ਵੀ ਇੱਕ ਰੂਹ ਵੀ ਇਸ ਵੇਲੇ ਕਥਾ 'ਚ ਤਾਜ਼ੀ ਦੇਗ ਲੈ ਕੇ ਭਾਵਨਾ ਨਾਲ ਆਵੇ, ਤੇ ਉਹ ਦੇਗ ਫਿਰ ਸਾਰੀ ਸੰਗਤ ਵਿੱਚ ਵਰਤੇ। ਤੇ ਵੇਖਿਓ ਦਿਨ, ਇਹ ਮੈਂ ਤੁਹਾਨੂੰ ਬਚਨ ਨਹੀਂ ਜੇ ਕੀਤਾ, ਸਿਰਫ ਇੱਕ ਉਦਾਹਰਨ ਦਿੱਤੀ ਹੈ, ਕਿਉਂਕਿ ਮੇਰੇ ਹੱਥ 'ਚ ਨਹੀਂ ਮੈਂ ਬਚਨ ਕਰਦਾ, ਬਲਕਿ ਆਪਾਂ ਪੂਰਾ ਨਾ ਕਰੀਏ ਮੁੜ ਕੇ ਲੇਖਾ ਦੇਣਾ ਪੈਂਦਾ। ਹਾਂ, ਮੈਂ ਤੇ ਉੱਦਾਂ ਹੀ ਬਚਨ ਕੀਤਾ ਵਾ ਕਿ ਹੋ ਸਕਦਾ ਜੇ ਸੰਗਤ ਚਾਹਵੇ, ਮੰਨ ਲਓ ਆਪੋ ਆਪਣਾ ਨਾਂ ਲਿਖਾ ਦੇਣ, ਜਿਹਦੀ ਵਾਰੀ ਹੋਵੇ ਕਥਾ ਸਮਾਪਤੀ ਤੇ ਕਹਦੇ ਵੀ ਕੱਲ ਨੂੰ ਐਸ ਸਿੰਘ ਦੀ ਵਾਰੀ ਆ। ਹੁਣ ਮਹਾਰਾਜ ਉੱਥੇ ਜਦੋਂ ਤੁਰਨ ਲੱਗੇ ਨਾ, ਤੇ ਉਹਨਾਂ ਨੂੰ ਦੱਸਿਆ, ਉਹਨਾਂ ਨੂੰ ਕੀ ਦੱਸਿਆ? ਇੱਕ ਹੋਰ ਚੀਜ਼ ਹੈ, ਕਿਉਂਕਿ ਜਿਹੜਾ ਸ਼ਰਧਾ ਨਾਲ ਚੀਜ਼ ਬਣਦੀ ਨਾ, ਉਹਦੇ 'ਚ ਰਸ ਹੈ। ਹੁਣ ਮੰਨ ਲਓ ਤੁਹਾਡੀ, ਤੁਸੀਂ ਭੈਣਾਂ ਘਰੇ 3 ਮਹੀਨਿਆਂ 'ਚ ਤੁਸੀਂ ਅੱਧਾ ਕਿਲੋ ਘਿਓ ਨਹੀਂ ਜੋੜ ਸਕਦੀਆਂ, ਜੁੜ ਜਾਣਾ ਨਾ। ਆਹੋ, ਤੇ ਅੱਧਾ ਕਿਲੋ ਘਰ ਦਾ ਘਿਓ ਮੂੰਹ ਬੱਧਾ ਹੋਊਗਾ, ਗੁਰਬਾਣੀ ਪੜ੍ਹ ਕੇ ਦੇਗ ਬਣੀ ਉਹ। ਤੇ ਆਪਾਂ ਹੁਣ ਕਹੀਦਾ ਨਾ ਵਾਹਿਗੁਰੂ ਮੇਰੇ ਤੋਂ ਲੈ ਲਾ, ਜੇ ਇੱਕ ਦੂਜੇ ਤੋਂ ਖੋ ਕੇ ਨਾ ਖਾਓ ਤਾਂ ਫੇਰ ਆਖਿਓ, ਫਿਰ ਆਪਾਂ ਕਹਿਣਾ ਵੀ ਆਪਦਾ ਗੱਫਾ ਬਾਬਾ ਜੀ ਮੈਨੂੰ ਦੇ ਦੇ। ਪਹਿਲਾਂ ਇਦਾਂ ਹੀ ਹੁੰਦਾ ਸੀ, ਅੱਜ ਤੋਂ 20 ਸਾਲ ਪਹਿਲਾਂ ਨਾ, ਛੋਟੇ ਸਾਂ ਜਦੋਂ, ਤੇ ਗੁਰੂ ਘਰ ਜਾਣਾ ਤੇ ਦੇਗ ਇੰਨੀ ਸਵਾਦਿਸ਼ਟ ਹੋਣੀ, ਕਿਉਂਕਿ ਘਰ ਦਾ ਦੇਸੀ ਘਿਓ ਤੇ ਦੁਕਾਨ ਦਾ ਫਰਕ ਹੈ। ਦੂਜਾ ਨੰਬਰ ਬਣਾਉਣ ਵਾਲੇ ਦਾ ਜੀਵਨ, ਸ਼ਰਧਾ। ਉਦੋਂ ਕੀ ਬੀਬੀ ਦਾਦੀ ਨੇ ਪ੍ਰਸ਼ਾਦ ਲਿਆਉਣਾ, ਤੇ ਮੇਰੇ ਖਿਆਲ 15-16 ਜਾਣੇ ਸੀ ਅਸੀਂ, ਪੋਤੀ ਪੋਤੇ, ਉਹ ਲਿਆਉਣਾ ਇੰਨਾ ਕਿ ਤੇ ਉਹ ਜਿੰਨੇ ਪਹਿਲੋਂ ਖੋ ਕੇ ਭੱਜਣਾ, ਤੇ ਉਹ ਬੀਬੀ ਨੇ ਕਹਿਣਾ, ਦੂਜਿਆਂ ਨੇ ਮਗਰ ਭੱਜੇ ਫਿਰਨਾ, ਕਹਿਣਾ ਪੁੱਤ ਚੱਲ ਕੱਲ ਨੂੰ ਤੁਹਾਨੂੰ ਲਿਆ ਦੂੰ। ਗ੍ਰੰਥੀ ਨੂੰ ਕਹਿਣਾ ਬਾਬਾ ਖੁੱਲਾ ਗੱਫਾ ਦੇ। ਅੱਜ ਉਹ ਚੀਜ਼ ਖਤਮ ਹੋ ਗਈ, ਅੱਜ ਨਾ ਘਿਓ ਰਿਹਾ, ਉਹ ਨਾ ਬਣਾਉਣ ਵਾਲਾ ਰਿਹਾ, ਨਾ ਸ਼ਰਧਾ ਰਹੀ। ਜੇ ਬੀਬੀ ਲੈ ਵੀ ਗਈ ਤੇ ਪ੍ਰਸ਼ਾਦ ਨੂੰ ਉੱਲੀ ਲੱਗ ਗਈ, ਬੱਚਿਆਂ ਨੇ ਖਾਧਾ ਹੀ ਨਹੀਂ। ਉਹ ਖਾਂਦੇ ਆ ਪੀਜੇ, ਬਰਗਰ, ਹੈ ਨਾ, ਮਾਫੀ ਦਿਓ, ਬਹੁਤ ਕੁਝ ਆਪਣੇ ਕੋਲ ਹੈ। ਮਹਾਰਾਜ ਉਸ ਦੇਸ਼ ਵਿੱਚ ਗਏ,
ਤੇ ਉਹ ਕਹਿੰਦੇ ਮਹਾਰਾਜ ਕਹਿੰਦੇ ਰੋਜ਼ ਤੁਸੀਂ ਆ ਮੰਤਰ ਤੰਤਰ ਛੱਡ ਦੇਣੇ, ਹੁਣ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰਨਾ। ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਕਹਿੰਦੇ ਜਾਪ ਕਰਕੇ ਤੇ ਦੇਗ ਵੰਡਿਆ ਕਰਿਓ ਰੋਜ਼। ਤੇ ਉਹ ਕਹਿੰਦੇ ਮਹਾਰਾਜ ਸਾਨੂੰ ਬਣਾਉਣੀ ਨਹੀਂ ਆਉਂਦੀ। ਉਹ ਲੋਕੀ ਕਿੱਥੇ ਜਾਣਦੇ ਸੀ, ਪ੍ਰਸ਼ਾਦ ਗੁਰੂ ਨਾਨਕ ਸਾਹਿਬ ਲੈ ਕੇ ਆਏ ਨਾ, ਕੜਾਹ ਪ੍ਰਸ਼ਾਦ। ਕਈ ਸਾਖੀਆਂ ਵਾ, ਕੋਈ ਕਹਿੰਦਾ ਵੀ ਸਭ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਜਿਹੜਾ ਉਹ ਬਗਦਾਦ ਵਿੱਚ ਮਹਾਰਾਜ ਲਿਆਂਦਾ। ਉੱਥੇ ਦਸਤਗੀਰ ਦੇ ਚੇਲੇ ਨੂੰ ਲੈ ਕੇ ਗਏ ਸੀ ਨਾ, ਜਦੋਂ ਪਾਤਾਲਾਂ ਪਾਤਾਲ ਲੱਖ ਸ਼ਬਦ ਆਇਆ। ਉਹ ਕਹਿੰਦੇ ਸੀ ਸਾਤਾ, ਤੇ ਬਾਬਾ ਕਹਿੰਦਾ ਪਾਤਾਲਾਂ ਪਾਤਾਲ ਲੱਖ ਆਗਾਸਾਂ। ਉੱਥੇ ਵੀ ਜ਼ਿਕਰ ਆਉਂਦਾ ਵੀ ਮਹਾਰਾਜ ਨੇ ਕਟੋਰਾ ਲਿਆ ਤੇ ਉਹ ਮਰੀਦ ਉਹਦੇ ਚੇਲੇ ਨੂੰ, ਬੇਟੇ ਨੂੰ ਲੈ ਗਏ ਦਸਤਗੀਰ ਦੇ। ਉਹ ਥੱਕ ਗਿਆ ਰਾਹ 'ਚ, ਕਹਿੰਦਾ ਬਾਬਾ ਮੁੜ ਚੱਲ ਗਏ। ਮਹਾਰਾਜ ਕਹਿੰਦੇ ਅਜੇ ਤੇ ਲੱਖਾਂ ਵਾ, ਤੂੰ ਤੇ ਹਜ਼ਾਰਾਂ 'ਚ ਹੀ ਥੱਕ ਗਿਆ। ਕਹਿੰਦੇ ਬਾਬਾ ਬਸ ਮੈਂ ਬਾਪੂ ਨੂੰ ਦੱਸ ਦੂੰਗਾ ਵੀ ਹੈਗੇ ਆ। ਉੱਥੇ ਦਸਤਗੀਰ ਨੂੰ ਪ੍ਰਸ਼ਾਦ ਲਿਆ ਕੇ ਛਕਾਇਆ ਸੀ, ਤੇ ਨਾਲੇ ਉਹਦੇ ਬੇਟੇ ਨੇ ਦੱਸਿਆ ਵੀ ਇਹ ਆਪ ਰੱਬ ਆਇਆ ਨਾਨਕ ਜੀ। ਇਹਦੇ ਨਾਲ ਨਾ ਜਦੋਂ ਤੁਸੀਂ 7 ਪਤਾਲ ਆਕਾਸ਼ ਕਹਿੰਦੇ 7 ਤੇ ਇਹਨਾਂ ਮਿੰਟਾਂ 'ਚ ਹੀ ਵਿਖਾਤੇ। ਫਿਰ ਉਹਨੇ ਆਖਿਆ ਸੀ ਬਾਪੂ ਨਾਨਕ ਜੀ ਮੈਨੂੰ 3 ਸਵਾਲਾਂ ਦਾ ਜਵਾਬ ਦਿਓ, ਕਿਉਂਕਿ ਸੰਗਤ ਵੱਡੀ ਆ, ਸੰਗਤ ਤੋਂ ਉੱਚਾ ਕੁਛ ਨਹੀਂ ਹੈ ਨਾ। ਜਿਹੜੀ ਚੀਜ਼ ਸੰਗਤ ਨੂੰ ਨਹੀਂ ਭਾਉਂਦੀ ਉਹ ਆਪਾਂ ਨਹੀਂ ਕਰ ਸਕਦੇ। ਇਸ ਕਰਕੇ ਸ਼ਰਧਾ ਨਾਲ ਆਪਾਂ ਲਿਆਂਦੇ ਸੀ ਉਹ ਘੋੜੇ ਵਿਸ਼ੇਰੇ ਜੇ। ਉਹ ਸੰਗਤ ਵਿੱਚ ਭਾਵਨਾ ਸੀ। ਉਹ 4-5 ਸੰਗਤਾਂ ਨੇ ਆਖਿਆ ਵੀ ਇਹ ਬਾਬਾ ਜੀ ਇਹ ਚੀਜ਼ ਜਿਹੜੀ ਵਧੀਆ ਨਹੀਂ ਹੈ, ਕਿਉਂਕਿ ਭਲਕੇ ਕੋਈ ਹੋਰ ਸੱਪ ਸੂਪ ਲੈ ਆਊਗਾ। ਮੈਂ ਕਿਹਾ 7 ਬਚਨ ਜੇ ਨਹੀਂ ਵਧੀਆ ਤੇ ਆਪਾਂ ਸੰਗਤ ਮੇਨ ਹੈ, ਕਿਉਂਕਿ ਬਾਬਾ ਅਤਰ ਸਿੰਘ ਜੀ ਕਹਿੰਦੇ ਸਨ ਪੁੱਤ ਸੰਗਤ ਦੇ ਜੋੜੇ ਝਾੜਿਓ, ਸੰਗਤ ਦਾ ਦਿਲ ਨਾ ਦਿਖਾਇਓ। ਇਹਨਾਂ ਸੰਗਤਾਂ ਵਿੱਚ ਬਾਬਾ ਜੇ ਤੇ ਸੰਗਤਾਂ ਕਰਕੇ ਲੋਹਾਂ 'ਚ ਅੱਗ ਬਲਦੀ ਹੈ। ਤੋ ਇਸ ਕਰਕੇ ਇਹ ਘਰ ਆ ਸਾਰਿਆਂ ਦਾ ਸਾਂਝਾ, ਮੇਰੇ ਇਕੱਲੇ ਦਾ ਨਹੀਂ ਹੈ। ਤੋ ਇਸ ਕਰਕੇ ਕਿਸੇ ਦੀ ਭਾਵਨਾ ਟੁੱਟੇ ਉਸ ਭਾਵਨਾ ਨੂੰ ਨਹੀਂ ਤੋੜਨਾ। ਤੋ ਇਸ ਕਰਕੇ ਇੱਕ ਸਿੰਘ ਨੇ ਲਿਆਂਦੇ ਤੇ 5 ਸਿੰਘਾਂ ਦੀ ਭਾਵਨਾ ਟੁੱਟੇ ਤੇ ਫਿਰ ਨਹੀਂ ਚੰਗਾ ਨਾ। ਇਸ ਕਰਕੇ ਉਹ ਲਿਆਉਣ ਵਾਲਾ ਵੀ ਪਿਆਰ ਵਾਲਾ, ਉਹ ਵੀ ਰੰਗੀ ਰੂ। ਕਹਿੰਦੇ ਬਾਬਾ ਜੀ ਕੋਈ ਗੱਲ ਨਹੀਂ। ਮੈਂ ਕਿਹਾ ਵੀ ਸੰਗਤ ਵਿੱਚ ਰਹਿਣਾ ਆਪਾਂ, ਕਿਉਂਕਿ ਆ ਪਰਿਵਾਰ ਜਿਹੜਾ ਨਾ ਬੀਬੀ ਹੋਣੀ ਬੈਠੇ ਆ, ਬੀਬੀ ਰਵੰਸ ਕੋਲ, ਇਹ ਬੜਾ ਔਖਾ ਇਕੱਠਾ ਕੀਤਾ। 9 ਸਾਲ ਲੱਗ ਗਏ ਇਸ ਪਰਿਵਾਰ ਨੂੰ ਜੋੜਦੇ ਆ। ਐਸਾ ਨਾ ਹੋਵੇ ਵੀ 2 ਮਿੰਟ ਕੋਈ ਆਵੇ ਤੇ ਸਾਡਾ ਪਰਿਵਾਰ ਤੋੜ ਕੇ ਚਲੇ ਜਾਵੇ। ਸੰਗਤ ਨਹੀਂ ਲੱਭਦੀ ਪਿਆਰਿਓ, ਜਿੱਥੇ ਮਰਜੀ ਵੇਖ ਲਓ ਸਭ ਦੁਨੀਆ ਦੁਖੀ ਪਈ, ਸੰਗਤ ਨਹੀਂ ਲੱਭਣ ਦੀ। ਸੰਗਤ ਨੂੰ ਮਹਾਰਾਜ ਕਹਿੰਦੇ ਮੈਂ ਵਿੱਚ ਰਹਿਣਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਸਤਗੀਰ ਦਾ ਦਾੜਾ ਝੋਲੀ 'ਚ ਪੈਂਦਾ, ਤੇ ਜਦੋਂ ਉਹਨੇ ਫਿਰ ਮਹਾਰਾਜ ਨੂੰ ਪਹਿਲਾਂ ਤਾਂ ਪੱਥਰ ਮਾਰਨ ਲੱਗੇ ਨਾ, ਜੋ ਕੀਰਤਨ ਹੋਇਆ, ਫਿਰ ਮਹਾਰਾਜ ਨੇ ਐਸਾ ਰਾਗ ਗਾਇਆ ਵੀ ਉਹ ਸਾਰੇ ਸੁੰਨ ਹੋ ਗਏ। ਸੁੰਨ ਮੁੰਨ ਨਗਰੀ ਭਾਈ ਦੇਖ ਪੀਰ ਭਇਆ ਹੈ ਹੈਰਾਨਾ। ਫਿਰ ਉਹਨੇ ਪੰਗਾ ਪਾ ਲਿਆ, ਬਾਬਾ 7 ਪਤਾਲ ਮਾਰੇ, ਕਹਿੰਦੇ ਦਿਖਾ ਦਿੰਦੇ। ਫਿਰ ਦਿਖਾਏ, ਕੜਾਹ ਪ੍ਰਸ਼ਾਦ ਲੈ ਆਏ। ਜਦੋਂ ਛਕਾਇਆ ਪੀਰ ਨੂੰ ਤੇ ਉਹ ਕਹਿੰਦਾ ਆਹਾ ਵੱਖਰਾ ਸਵਾਦ ਆਵੇ। ਸਾਰੀਆਂ ਥਾਵਾਂ ਦਾ ਬਾਟੇ 'ਚ ਪਾਈ ਗਏ ਨਾ। ਉਹਨੇ ਫਿਰ 3 ਗੱਲਾਂ ਪੁੱਛੀਆਂ, ਬਾਬਾ ਨਾਨਕ ਜੀ ਮੈਂ ਬੁੱਢਾ ਹੋ ਗਿਆ, ਨਮਾਜ਼ਾਂ ਪੜ੍ਹਦਾ,
ਮੈਨੂੰ 3 ਗੱਲਾਂ ਦਾ ਜਵਾਬ ਦਿਓ। ਮਾਰੇ ਕਹਿੰਦੇ ਪੁੱਛੋ ਪੀਰ ਜੀ। ਕਹਿੰਦੇ ਪਹਿਲਾ ਸਵਾਲ ਹੈ ਵੀ ਰੱਬ ਤੋਂ ਪਹਿਲਾਂ ਕੀ ਸੀ। ਦੂਜਾ ਸਵਾਲ ਹੈ ਰੱਬ ਰਹਿੰਦਾ ਕਿੱਥੇ ਹੈ। ਤੀਜਾ ਸਵਾਲ ਹੈ ਰੱਬ ਕੰਮ ਕੀ ਕਰਦਾ। ਤੇ ਮਹਾਰਾਜ ਕਹਿੰਦੇ ਵੀ ਇਹ ਕਥਾ 1.5 ਘੰਟੇ ਦੀ ਹੈ, ਮੈਂ ਤੁਹਾਨੂੰ 2 ਮਿੰਟ 'ਚ ਹੀ ਸੁਣਾ ਦੇਣੀ ਹੈ। ਮਹਾਰਾਜ ਸਾਹਿਬ ਕਿਉਂਕਿ ਪਿਆਰ ਦੇ ਨਾਲ ਨਾ ਮਹਾਰਾਜ ਕਹਿੰਦੇ ਮੋਤੀਆਂ ਦੀ ਗਿਣਤੀ ਕਰ। ਕਹਿੰਦਾ 1 2 3 4। ਮਹਾਰਾਜ ਕਹਿੰਦੇ ਫਿਰ ਦੁਬਾਰਾ ਕਰ, ਫਿਰ ਦੁਬਾਰਾ ਕਰ। ਕਹਿੰਦਾ ਜੀ 1 ਤੋਂ ਪਹਿਲਾਂ ਤੇ 0, ਦੁਬਾਰਾ ਕੀ ਕਰਾਂ। ਮਹਾਰਾਜ ਕਹਿੰਦੇ ਤੇਰਾ ਪਹਿਲਾ ਸਵਾਲ ਹੱਲ ਹੋ ਗਿਆ। ਤੂੰ ਪੁੱਛਿਆ ਰੱਬ ਤੋਂ ਪਹਿਲਾਂ ਕੀ। ਕਹਿੰਦੇ ਰੱਬ ਤੋਂ ਪਹਿਲਾਂ 0 ਹੈ। 1 ਓੰਕਾਰ, ਏਕ ਹੈ ਅਨੇਕ। ਇੱਕ ਰੱਬ ਤੋਂ ਦੁਨੀਆ ਸ਼ੁਰੂ ਹੋਈ। ਏਕ ਪਿਤਾ ਏਕ ਸਕੇ ਹਮ ਬਾਰਿਕ। ਤੇ ਮੈਂ ਕਈ ਵਾਰੀ ਸੋਚਦਾ ਨਾ ਵੀ ਜਦੋਂ ਸਾਡਾ ਇੱਕ ਪਿਓ ਆ ਤੇ ਫਿਰ ਆ ਜਾਤਾਂ ਪਾਤਾਂ ਕੌਣ ਲੈ ਕੇ ਆਇਆ ਹੋਊਗਾ ਨਾ ਵੀ ਤੂੰ ਸ਼ੀਂਬਾ ਵਾਂ, ਤੂੰ ਮਜਬੀ ਆ, ਤੂੰ ਕਮੋ ਆ, ਤੂੰ ਜੱਟ ਆ, ਤੂੰ ਨਾਈ ਆ, ਤੂੰ ਝੀਰ ਆ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰ। ਤੇ ਭਗਤਾਂ ਦੀ ਵੀ ਇਹੋ ਹੀ ਲੜਾਈ ਹੋਈ ਬਾਹਮਣਾਂ ਨਾਲ। ਉਹ ਕਹਿੰਦੇ ਤੂੰ ਮੰਦਿਰ 'ਚ ਨਹੀਂ ਆਉਣਾ ਤੇ ਤੂੰ ਸ਼ੀਂਬਾ ਵਾਂ। ਤੇ ਭਗਤ ਨਾਮਦੇਵ ਜੀ ਕਹਿੰਦੇ ਵੀ ਚੱਲ ਆ ਨਿਕਲ ਬਾਹਰ ਮੰਦਿਰ ਤੋਂ, ਆਪਾਂ ਚਰਚਾ ਕਰੀਏ। ਉਹ ਜਦੋਂ ਬਾਹਰ ਆਇਆ ਤੇ ਭਗਤ ਜੀ ਕਹਿੰਦੇ ਵੀ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਤੁਮ ਕਤ ਹਮ ਕਤ ਲੋਹੂ ਤੁਮ ਕਤ ਦੂਧ। ਕਹਿੰਦੇ ਵੀ ਤੂੰ ਵੀ ਛੁਰੀ ਮਾਰ ਢਿੱਡ 'ਚ ਤੇ ਮੈਂ ਵੀ ਮਾਰਦਾ। ਜੇ ਤੇ ਤੇਰੇ 'ਚੋਂ ਦੁੱਧ ਵਗਿਆ ਤੇ ਤੂੰ ਬ੍ਰਾਹਮਣ ਹੈ, ਮੇਰੇ 'ਚੋਂ ਲਹੂ ਵਗਿਆ ਤੇ ਮੈਂ ਸ਼ੀਂਬਾ ਹੈ। ਜੇ ਦੋਵਾਂ 'ਚੋਂ ਲਹੂ ਵਗਿਆ ਤੇ ਫਿਰ ਇੱਕੋ ਹੀ ਹੈ। ਉਹਨਾਂ ਨੇ ਫਿਰ ਸਿੱਧੇ ਬਚਨ, ਜਿੱਦਾਂ ਆਪਾਂ ਇੱਕ ਦੂਜੇ ਨਾਲ ਗਰਮ ਨਹੀਂ ਹੋ ਜਾਈਦਾ, ਭਗਤ ਜੀ ਨੇ ਫਿਰ ਉਹ ਗੱਲ ਕੀਤੀ ਜਿਹਦੇ ਅਰਥ ਨਹੀਂ ਕਰ ਸਕਦੇ ਆਪਾਂ। ਕਈ ਕਹਿੰਦੇ ਨਾ 10ਮ ਗ੍ਰੰਥ 'ਚ ਗਲਤ ਗੱਲਾਂ ਲਿਖੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰੋ। ਉੱਥੇ ਜਦੋਂ ਭਗਤ ਜੀ ਵੀਰ ਰਸ ਵਿੱਚ ਆਏ ਤੇ ਕਹਿੰਦੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਏ ਨਹੀਂ ਆਇਆ। ਹੁਣ ਇਹਦੇ ਅਰਥ ਨਹੀਂ ਕਰ ਸਕਦੇ ਆਪਾਂ। ਭੈਣਾਂ ਬੇਟੀਆਂ ਖੋਲ ਕੇ ਅਰਥ ਹੋਣਗੇ, ਜੱਬ ਪੈ ਜਾਣਾ ਲਾਈਵ ਚੱਲਦਾ। ਤੇ 10ਮ ਨੂੰ ਆਪਾਂ ਗੁਰੂ ਗੋਬਿੰਦ ਸਿੰਘ ਜੀ ਉੱਚ ਗੰਦੀਆਂ ਗੱਲਾਂ ਲਿਖੀਆਂ। ਹੁਣ ਇਹ ਸ਼ਬਦ ਸਿੱਧਾ ਭਗਤ ਜੀ ਨੇ ਆਖਿਆ, ਕਹਿੰਦੇ ਵੀ ਜਿੱਧਰ ਦੀ ਤੂੰ ਜੰਮਿਆ ਉਧਰ ਦੀ। ਇਹਦੇ ਅਰਥ ਇਹ ਹੈ, ਤੁਹਾਡੇ ਕੋਲ ਆਈ ਗ੍ਰੰਥ ਖੋਲ ਲਿਓ। ਭਗਤ ਜੀ ਨੇ ਬ੍ਰਾਹਮਣ ਨੂੰ ਆਖਿਆ ਵੀ ਤੂੰ ਧੱਕਾ ਕਿਉਂ ਮਾਰਿਆ ਮੈਨੂੰ ਰੱਬ ਦੇ ਘਰੋਂ। ਜਿਹੜੇ ਰਸਤੇ ਥਾਣੀ ਤੇਰਾ ਜਨਮ ਹੋਇਆ ਉਸੇ ਰਸਤੇ ਥਾਣੀ ਤੂੰ ਕਿਹੜਾ ਆਕਾਸ਼ ਤੋਂ ਡਿੱਗਾ ਏ। ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਏ ਨਹੀਂ ਆਇਆ। ਸਾਰੇ ਉਸੇ ਰਸਤੇ ਆਏ ਜਿੱਧਰ ਦੀ ਆਪਣੀ ਜਨਮ ਭੂਮੀ ਹੈ, ਦੁਨੀਆ ਦੀ ਪੈਦਾਵਾਰ ਹੈ। ਉੱਥੇ ਫਿਰ ਉਹਨਾਂ ਨੂੰ ਗੱਲ ਕੋ ਨਹੀਂ ਆਈ। ਭਗਤ ਜੀ ਅੱਜ ਗੋਦ 'ਚ ਬੈਠੇ ਗੁਰੂ ਗ੍ਰੰਥ ਸਾਹਿਬ। ਇਹਨੂੰ ਕਹਿੰਦੇ ਦਲੀਲ ਅਪੀਲ। ਤੇ ਜਿਹਦਾ ਗੁਰੂ ਵਕੀਲ ਹੋਵੇ ਉਹਦਾ ਬੇੜਾ ਬੰਨੇ ਲੱਗ ਜਾਂਦਾ। ਸੋ ਮਹਾਰਾਜ ਸਾਹਿਬ ਜੀ ਨੇ ਉੱਥੇ ਆਖਿਆ ਵੀ ਅਰਦਾਸ ਕਰਿਓ ਤੇ ਦੇਗ ਬਣਾਇਓ। ਹੁਣ ਉਹ ਸਾਰੀ ਜਾਦੂ ਨਗਰੀ ਆ। ਉਹ ਕਹਿੰਦੇ ਮਹਾਰਾਜ ਸਾਨੂੰ ਬਣਾਉਣੀ ਨਹੀਂ ਆਉਂਦੀ। ਮਹਾਰਾਜ ਨੇ ਫਿਰ ਵਿਧੀ ਦੱਸੀ ਵੀ ਭਾਂਡਾ ਲੈਣਾ, ਘਿਓ ਲੈਣਾ, ਖੰਡ ਲੈਣੀ, ਆਟਾ ਲੈਣਾ ਹੈ, ਜਲ ਲੈਣਾ ਹੈ, 5 ਪ੍ਰਵਾਨ 5 ਪ੍ਰਧਾਨ। ਉਹਦਾ 3 ਚੀਜ਼ਾਂ ਮੇਨ ਹੈ, ਖੰਡ, ਘਿਓ ਤੇ ਆਟਾ। ਤ੍ਰਿਭਾਵਲ ਕਹਿੰਦੇ ਨਾ। ਤੇ 5 ਚੀਜ਼ਾਂ ਬਣ ਜਾਂਦੀਆਂ ਹਨ ਕਿਉਂਕਿ ਪਾਣੀ ਵੀ ਤੇ ਅੱਗ ਵੀ ਹੈ। 5 ਦੇ ਮੇਲ ਨਾਲ ਕੜਾਹ ਪ੍ਰਸ਼ਾਦ ਤਿਆਰ ਹੋ ਜਾਂਦਾ। ਉਹਨਾਂ ਨੂੰ ਮਹਾਰਾਜ ਨੇ ਫਿਰ ਦੱਸਣਾ ਕੀਤਾ। ਮਨ ਕਾਮਨਾ ਪੂਰਨ ਹੋਵਹਿਗੀ ਹਰ ਕੀਰਤ ਪ੍ਰੀਤ ਹਿਰਦੇ ਤਰੀਏ। ਤੇ ਉਹਨਾਂ ਨੂੰ ਇਹ ਵੀ ਬਚਨ ਕੀਤੇ, ਕਹਿੰਦੇ ਵੀ ਜੇ ਇਹ ਬਚਨ ਮੰਨੋਗੇ ਨਾ, ਰੋਜ਼ ਗੁਰਮੰਤਰ ਪੜ੍ਹਨਾ। ਆ ਟੂਣੇ ਵਾਲੇ ਮੰਤਰ ਨਹੀਂ ਮੇਰੀ ਪੁੱਤ ਪੜ੍ਹਦੇ। ਉਹ ਕਹਿੰਦੇ ਬਾਬਾ ਨਹੀਂ ਪੜਾਂਗੇ ਅੱਜ ਤੋਂ। ਮਾਰੇ ਕਹਿੰਦੇ ਧੀਓ ਪੁੱਤਰੋ ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ। ਇਹਦੇ ਨਾਲ ਸਾਰਾ ਹੰਕਾਰ ਖਤਮ ਹੋ ਜਾਂਦਾ। ਵਾਹਿਗੁਰੂ 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 ਤੁਸੀਂ ਰੋਜ਼ ਜਪਣਾ ਤੇ ਕੜਾਹ ਪ੍ਰਸ਼ਾਦ ਤਾਜ਼ਾ ਬਣਾਉਣਾ। ਤੇ ਜਦੋਂ ਸਮਾਪਤੀ ਹੋਈ ਤੇ ਅਰਦਾਸ ਕਰਿਆ ਕਰਿਓ ਤੇ ਵਰਤਾਇਆ ਕਰਿਓ। ਤੁਹਾਡੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ। ਕੀਰਤ ਪ੍ਰੀਤ ਹਿਰਦੈ ਧਰਿਓ ਤੇ ਤੁਹਾਡੇ ਅੰਦਰ ਪਿਆਰ ਪੈਦਾ ਹੋਵੇਗਾ। ਸਤ ਸੰਗਤ ਸੋ ਮਿਲ ਕਾਲ ਬਿਤਾਵੋ ਮੈਲ ਅਮੰਗਲ ਕੀ ਹਰੀਏ। ਕਹਿੰਦੇ ਸਤ ਸੰਗਤ ਕਰਿਆ ਕਰੋ ਭਾਈ, ਰੋ ਨਾ। ਉਹ ਕਹਿੰਦੇ ਬਾਬਾ ਤੂੰ ਵਿਧੀ ਦੱਸਦੀ ਹੈ ਪਰ ਤੇਰੇ ਬਿਨਾ ਜੀ ਨਹੀਂ ਲੱਗਣਾ। ਕੰਮ ਫੇਰ ਉੱਥੇ ਅੜ ਗਿਆ ਵੀ ਅਸੀਂ ਤੈਨੂੰ ਜਾਣ ਨਹੀਂ ਦੇਣਾ। ਤੇ ਮਹਾਰਾਜ ਨੇ ਫਿਰ ਬਚਨ ਕੀਤਾ। ਮਹਾਰਾਜ ਕਹਿੰਦੇ ਸਤ ਸੰਗਤ 100 ਮਿਲ ਕਾਲ ਬਿਤਾਵੋ।
ਕਹਿੰਦੇ ਜਦੋਂ ਤੁਸੀਂ ਧਰਮਸ਼ਾਲਾ 'ਚ ਇਕੱਠੇ ਬਹੋਗੇ ਨਾ ਸਾਰੇ, ਗੁਰ ਮੰਤਰ ਕਰੋਗੇ, ਕੜਾਹ ਪ੍ਰਸ਼ਾਦ ਬਣਾ ਕੇ ਅਰਦਾਸ ਕਰੋਗੇ ਤੇ ਅਸੀਂ ਸ਼ਾਮਲ ਹੋਇਆ ਕਰਾਂਗੇ। ਇਹ ਐਵੇਂ ਨਹੀਂ ਚੀਜ਼ਾਂ ਅੱਜ ਵੀ ਜੁਗਤੀ ਨਾਲ ਅਰਦਾਸਾਂ ਬੇਨਤੀਆਂ ਹੋਣ ਤੇ ਮਹਾਰਾਜ ਸੁਣਦੇ ਆ। ਜਿਹੜੀ ਕਿਤੇੋਂ ਅਰਦਾਸ ਪੂਰੀ ਨਹੀਂ ਹੁੰਦੀ, ਇਹਦੇ ਘਰੋਂ ਪੂਰੀ ਹੋ ਜਾਂਦੀ ਹੈ। ਇਹ ਭਾਂਤ ਦਇਓ ਉਪਦੇਸ਼ ਤਿਨੈ, ਪੁਨਿ ਆਪ ਚਲੇ ਪਿਕ ਜਾ ਤਰੀਏ। ਮਹਾਰਾਜ ਸਾਰੀਆਂ ਸੰਗਤਾਂ ਨੂੰ ਏਦਾਂ ਕਲਾਵੇ 'ਚ ਲੈ ਕੇ ਨਾ, ਬਾਹਾਂ ਖੋਲ ਕੇ, ਅਸੀਸਾਂ ਦੇ ਕਰਕੇ, ਉਹਨਾਂ ਨੂੰ ਗੁਰ ਮੰਤਰ ਦੇ ਕਰਕੇ, ਮੂਲ ਮੰਤਰ ਦੇ ਕਰਕੇ, ਵਿਧੀ ਦੇ ਕਰਕੇ ਧਰਮਸ਼ਾਲਾ ਬਣਾ ਕੇ ਬਾਬਾ ਜੀ ਚੱਲਦੇ ਪਏ ਹਨ। ਦੋਹਰਾ ਅਸ ਪ੍ਰਕਾਰ ਕੀ ਸੁਮਤ ਦੇ, ਅਨੰਤ ਦੇਸ਼ ਜਗਤੇਸ਼। ਇਸ ਤਰ੍ਹਾਂ ਕਹਿੰਦੇ ਜਿੰਨਾ ਚਿਰ ਉਹ ਦੇਸ਼ ਦੀ ਹੱਦ ਨਹੀਂ ਮੁੱਕੀ ਤੇ ਉਹ ਸਾਰੀਆਂ ਸੰਗਤਾਂ ਬਾਬਾ ਜੀ ਨੂੰ ਵਿਦਾ ਕਰਨ ਆਈਆਂ, ਨਾਲੇ ਵਿਰਾਗ ਕਰ ਰਹੀਆਂ ਹਨ। ਮਹਾਰਾਜ ਅੱਗੇ ਅੱਗੇ ਜਾ ਰਹੇ ਹਨ ਤੇ ਸਾਰੇ, ਕਿਉਂਕਿ ਸੰਗਤ ਜੀ ਅੱਜ ਪਿਆਰ ਦੀ ਲੋੜ ਹੈ। ਹਰ ਬੀਬੀ, ਬੱਚਾ, ਬਾਪੂ, ਬੇਬੇ ਸਾਰੇ ਪਿਆਰ ਚਾਹੁੰਦੇ ਆ। ਇਹ ਪਿਆਰ ਹੁਣ ਕਿਤੇ ਮਿਲਦਾ ਨਹੀਂ, ਮਾਫ ਕਰਿਓ। ਬਚਪਨ ਨੂੰ ਪੜ੍ਹਾਈ ਖਾਈ ਜਾਂਦੀ ਹੈ, ਨਿੱਕੇ ਨਿੱਕੇ ਬੱਚੇ ਐਨਕਾਂ ਲੱਗੀਆਂ ਵਾ, ਦਿਮਾਗ ਸੈੱਲ ਡਾਊਨ ਹੋ ਗਏ ਆ, ਖੁਰਾਕਾਂ ਜ਼ਹਿਰ ਹੋ ਗਈਆਂ ਵਾ, ਮਾਇਆ ਦਾ ਦੌਰ ਆ ਸਾਰਾ, ਹਰ ਬੰਦੇ ਨੂੰ ਦੌੜ ਲੱਗੀ ਹੈ। ਭੁੱਲ ਗਏ ਵੀ ਅਸੀਂ ਪ੍ਰਾਹੁਣੇ ਆ, ਗਲਤ ਫਹਿਮੀ 'ਚ ਪੈ ਗਏ ਵੀ ਪਤਾ ਨਹੀਂ ਚੰਗਾ ਪੜ੍ਹੋ, ਛੇਤੀ ਸੈੱਟ ਹੋ, ਕਾਰੋਬਾਰ ਵਧੇ। ਤੇ ਜਿਹੜਾ ਕਥਾ ਕੀਰਤਨ ਸੁਣਦਾ ਉਹ ਕਹਿੰਦਾ ਉਮਰ ਘਟਦੀ ਹੈ, ਉਮਰ ਘਟਦੀ ਹੈ। ਉਹ ਕਹਿੰਦੇ ਹਨ ਉੱਡ ਗਿਆ ਭੌਰ ਤੇ ਪਿੰਜਰਾ, ਮਾੜੇ ਐਬਾਂ ਪੁੱਟਤੀ ਜਖਣਾ, ਇੱਕ ਵੀ ਰਾਤ ਘਰੇ ਨਹੀਂ ਰੱਖਣਾ ਵੇ, ਇੱਕ ਵੀ ਰਾਤ ਚੱਕ ਲਓ ਹੋ ਜੂਗੀ ਮੌਤ ਹਨੇਰੀ, ਜਿੰਦ ਕਿਲੇ ਦੇ ਬੂਹੇ ਢੋ ਜੂਗੀ ਮੌਤ ਹਨੇਰੀ, ਜਿੰਦ ਕਿਲੇ ਦੇ ਬੂਹੇ ਢੋ ਜੂਗੀ। ਦੁਨੀਆ 4 ਦਿਨਾਂ ਦੀ ਬੱਲੇ, ਜਾਣਾ ਅੰਤ ਝਾੜ ਕੇ ਪੱਲੇ, ਜਿੰਦ ਨੂੰ ਮੌਤ ਸੁਨੇਹੇ ਕੱਲੇ, ਛੇਤੀ ਘਰੇ ਆਉਣ ਨੂੰ ਮਿਲਿਆ ਜਨਮ ਤੇਰਾ ਜਸ ਗਾਉਣ ਨੂੰ, ਸਹਿਬਾਂ ਮਿਲਿਆ ਜਨਮ ਤੇਰਾ ਜਸ ਗਾਉਣ ਨੂੰ। ਆ ਭਾਗ ਆਪਣੇ ਚੰਗੇ ਹਨ। ਸੋ ਮਹਾਰਾਜ ਸਾਹਿਬ ਕਹਿੰਦੇ ਭਾਈ ਰੁਕ ਜਾਓ, ਹੁਣ ਨਹੀਂ ਮਗਰ ਆਉਣਾ। ਉਹ ਕਹਿੰਦੇ ਮਹਾਰਾਜ ਸਾਡਾ ਦਿਲ ਨਹੀਂ ਲੱਗਣਾ, ਤੁਸੀਂ ਸਾਨੂੰ ਰਸਤੇ ਪਾਇਆ ਹੈ। ਗਵਨੇ ਪੂਰਨ ਕਾਮਨਾ, ਜੋ ਸ਼ਿਵ ਨਾਭ ਟਰੇਸ। ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਹੁਣ ਫਿਰ ਕਿਧਰ ਨੂੰ ਤਿਆਰੀ ਕੀਤੀ ਹੈ। ਮਹਾਰਾਜ ਕਹਿੰਦੇ ਕੋਈ ਉਡੀਕ ਰਿਹਾ ਸਾਨੂੰ, ਬੜੇ ਦਿਨ ਹੋ ਚੱਲੇ ਐ। ਇਹ ਪ੍ਰਸੰਗ ਨੂੰ ਜਿੱਦਾਂ ਮੈਂ ਕੱਲ ਵੀ ਨਾ ਜ਼ਿਕਰ ਕੀਤਾ, ਭਾਈ ਸਵਰਨ ਸਿੰਘ ਹੋਣੀ ਬੈਠੇ ਐ ਵੀ ਰਾਜੇ ਸ਼ਿਵਨਾਵ ਦਾ ਪ੍ਰਸੰਗ ਜਿਹੜਾ ਹੈ ਪੂਰਾ ਹੋਣਾ ਹੈ। ਅੱਜ ਮਹਾਰਾਜ ਨੇ ਵੀ ਆਖਿਆ, ਕਹਿਣ ਲੱਗੇ ਮਰਦਾਨਾ ਜੀ ਸਾਨੂੰ ਕੋਈ ਬੜੇ ਦਿਨਾਂ ਦਾ ਯਾਦ ਕਰਨ ਦਿਆ। ਮੇਰੇ ਖਿਆਲ ਆਪਾਂ ਨੂੰ ਵੀ 8-9 ਦਿਨ ਹੋ ਗਏ ਨਾ, ਪ੍ਰਸੰਗ ਵਿੱਚੋਂ ਦੂਜਾ ਚੱਲ ਪਿਆ। ਤੇ ਹਿਸਾਬ ਨਾਲ ਇੰਨੇ ਦਿਨ ਹੋਰ ਰਾਜਾ ਸ਼ਿਵਨਾਵ ਜਿਹੜਾ ਹੈ ਉਹਨੂੰ ਹੋਰ ਵਿਰਾਗ ਕਰਨਾ, ਕਿਉਂਕਿ ਉਹ ਰੋਈ ਜਾਂਦਾ ਦਿਨੇ ਰਾਤ, ਸਤਿਗੁਰ ਆਵਣਗੇ ਆਵਣਗੇ, ਸਤਿਗੁਰ ਆਵਣਗੇ, ਫੇਰਾ ਪਾਵਣਗੇ। ਕਰ ਮੇਰੇ ਜੀ, ਕਰ ਮੇਰੇ, ਮੈਂ ਸਦਕੇ ਜਾ ਉਸ ਵੇਲੇ, ਸਦਕੇ ਜਾਵਾਂ ਉਸ ਵੇਲੇ। ਗੁਰੂ ਨਾਨਕ ਆਵਣ ਤੇਰਾ ਪਾਵਣਗੇ, ਬਾਬਾ ਨਾਨਕ ਆਵਣਗੇ।
ਭਾਈ ਮਰਦਾਨਾ ਹੁਣ ਸੰਗਲਾ ਦੀਪ ਦੀ ਤਿਆਰੀ ਹੈ। ਦੋਹਰਾ ਸ੍ਰੀ ਗੁਰਪਦ ਲਖ ਕਾਂਤ ਜੀ ਰੁਚਿਰ ਚੰਦਰ ਕਾ ਮਾਨ। ਕਬੀਰਾਜ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨ ਇੰਨੇ ਸੋਹਣੇ ਹਨ, ਮਾਨੋ ਸੁੰਦਰ ਚਾਂਦਨੀ ਹੈ। ਇੰਨੇ ਫੁੱਲ ਬੂਟੇ ਜੀ ਕਰਦਾ ਇਹਦੇ ਵੱਲ ਵਾਰ-ਵਾਰ ਵੇਖੀ ਜਾਈਏ। ਇਸ ਤਰ੍ਹਾਂ ਬਾਬਾ ਨਾਨਕ ਜੀ ਆਪ ਜੀ ਦੇ ਚਰਨ ਵੀ ਇੰਨੇ ਸੋਹਣੇ ਜੀ ਕਰਦਾ ਛੱਡ ਕੇ ਨਾ ਹੀ ਜਾਓ। ਤੁਹਾਡਾ ਜੀ ਕਰਦਾ ਹੁਣ ਕੁਝ ਰਸ ਬਣਿਆ, ਤੁਹਾਨੂੰ ਕੋਈ ਫੋਨ ਆਵੇ ਜਾਂ ਆਵਾਜ਼ ਮਾਰੇ ਵੀ ਆਓ, ਤੁਸੀਂ ਉੱਠ ਨਹੀਂ ਸਕਦੇ, ਔਖਾ ਹੋ ਜਾਂਦਾ ਹੈ ਨਾ। ਜਿੱਦਾਂ ਮੱਖੀ ਮਿੱਠੇ 'ਚ ਬਹਿ ਜਾਂਦੀ, ਉਹਦਾ ਜੀ ਨਹੀਂ ਕਰਦਾ। ਇਸੇ ਤਰ੍ਹਾਂ ਸਾਧ ਸੰਗਤ ਆਪਾਂ ਕਹਿੰਦੇ ਤੇ ਹੈਗੇ ਵਿਦੇਸ਼ਾਂ 'ਚ, ਵਿਦੇਸ਼ਾਂ ਦੇ ਵਿੱਚ ਸਵਾਸ ਜਿਹੜੇ ਉਹ ਦੌੜ ਵਿੱਚ ਹੈ, ਟਿਕਾ ਨਹੀਂ ਜੇ ਹੈਗਾ। ਉੱਥੇ ਮਾਇਆ ਦੀ ਦੁਨੀਆ ਏ, ਤੇ ਇਸ ਕਰਕੇ ਜਿਹੜੇ ਉੱਥੋਂ ਪੱਕੇ ਹੋ ਕੇ ਆਉਂਦੇ ਆ ਤੇ ਜਦੋਂ ਉਹਨਾਂ ਦੀ ਛੁੱਟੀ ਮੁੱਕਦੀ ਤੇ ਉਹ ਰੋਣ ਲੱਗ ਪੈਂਦੇ, ਉਹਨਾਂ ਦਾ ਜੀ ਨਹੀਂ ਕਰਦਾ ਵਾਪਸ ਜਾਣ ਨੂੰ। ਜਿਹੜੇ ਜੁੜ ਜਾਂਦੇ ਪਰ ਮਜਬੂਰੀ ਲਿਜਾਂਦੀ ਹੈ। ਇਹੀ ਸੇਮ ਕਹਾਣੀ ਇਸੇ ਤਰ੍ਹਾਂ ਹੈ ਕਿ ਆਪਾਂ ਪਰਮੇਸ਼ਰ ਦੇ ਬੱਚੇ ਆ, ਆਪਾਂ ਨੂੰ ਉਹਨੇ ਭੇਜਿਆ ਵਾ, ਇੱਕ ਦਿਨ ਆਪਣੀ ਵਾਪਸੀ ਹੋਣੀ। ਹੁਣ ਜਿਹੜੇ ਤੇ ਨਿਤਨੇਮ ਕਰਦੇ, ਕਥਾ ਸੁਣਦੇ, ਉਹ ਤੇ ਆਪ ਕਹਿੰਦੇ ਬਾਬਾ ਜੀ ਅਰਦਾਸ ਕਰੋ ਹੁਣ ਮਹਾਰਾਜ ਲੈ ਜਾਣ, ਜਾਣੀ ਉਹਨਾਂ ਨੂੰ ਚੇਤੇ ਰੱਬ। ਤੇ ਜਿਹੜੇ ਫਸ ਗਏ ਉਹ ਕਹਿੰਦੇ ਮਾੜਾ ਜਿਹਾ ਚੱਕਰ ਆਵੇ, ਕਹਿੰਦੇ ਬਹੁਤ ਛੇਤੀ ਗੱਡੀ ਕੱਢ, ਮੈਨੂੰ ਕੁਛ ਹੁੰਦਾ ਹੀ, ਮੇਰਾ BP ਚੈੱਕ ਕਰਾਓ, ਸ਼ੂਗਰ ਚੈੱਕ ਕਰਾਓ। ਕਿਉਂ? ਕਿਉਂਕਿ ਉਹ ਇੱਥੇ ਫਸ ਗਏ, ਉਹਨਾਂ ਦਾ ਜਾਣ ਨੂੰ ਜੀ ਨਹੀਂ ਕਰਦਾ। ਪਰ ਉਹ ਕਹਿੰਦੇ ਨਾ ਉਹਨੇ ਛੱਡਣਾ ਥੋੜਾ, ਦੁਨੀਆ 4 ਦਿਨਾਂ ਦੀ ਬੱਲੇ, ਜਾਣਾ ਅੰਤ ਝਾੜ ਕੇ ਬੱਲੇ ਪੱਲੇ ਭਾਵ ਖਾਲੀ ਹੋ ਜਾਣਾ। ਆਪਾਂ ਸਭ ਕੁਝ ਘਰਦਿਆਂ ਨੇ ਖੋਹ ਲੈਣਾ, ਜਿੰਦ ਨੂੰ ਮੌਤ ਸੁਨੇਹੇ ਕੱਲੇ। ਉਹ ਰੋਜ਼ ਆਵਾਜ਼ਾਂ ਦਿੰਦੀ ਵੀ ਤਕੜਾ ਹੋ ਜਾ, ਵੇਖ ਤੇਰੇ ਦੰਦ ਡਿੱਗ ਪਏ, ਤੇਰੀਆਂ ਅੱਖਾਂ ਦੀ ਜੋਤ ਘਟ ਗਈ, ਕੰਨ ਬੋਲੇ ਹੋ ਗਏ, ਗੋਡੇ ਬੰਦ ਹੋ ਗਏ, ਹੁਣ ਤੇ ਤਿਆਰੀ ਕਰ ਲੈ। ਪਰ ਬੰਦਾ ਕਹਿੰਦਾ ਮੈਂ ਨਵੇਂ ਪਵਾਉਂਗਾ, ਮੈਂ ਅੱਖਾਂ ਵੀ ਨਵੀਆਂ ਬਣਾਊ, ਮੈਂ ਕੰਨਾਂ 'ਚ ਮਸ਼ੀਨ ਪਾ ਲੂੰ, ਮੈਂ ਤੇ ਨਹੀਂ ਜਾਣਾ। ਉਹ ਮਹਾਰਾਜ ਕਹਿੰਦੇ ਫਿਰ ਨਾ ਕਰ, ਮੈਂ ਲੈ ਤੇ ਜਾਵਾਂਗਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆਪ ਜੀ ਦੇ ਚਰਨ ਇੰਨੇ ਸੋਹਣੇ ਆ, ਜੀ ਕਰਦਾ ਛੱਡ ਕੇ ਨਾ ਜਾਈਏ। ਕਰਜ ਕੂਰ ਮਨ ਆਪਣਾ ਕਹੋ ਕਥਾ ਗਤ ਦਾਨ। ਕਹਿੰਦੇ ਚੰਦਰਮਾ ਦੀ ਚਾਨਣੀ ਵਰਗੇ ਤੇਰੇ ਚਰਨ ਬਾਬਾ, ਤੇ ਮੈਂ ਬਣ ਜਾ ਚਕੋਰ ਬਾਬਾ, ਤੇ ਤੂੰ ਚੰਨ ਬਣ ਕੇ ਚੜਿਆ ਰਵੇਂ, ਤੇ ਮੈਂ ਚਕੋਰ ਬਣ ਕੇ ਤੈਨੂੰ ਵੇਖੀ ਜਾਵਾਂ। ਜਾਪਈ ਅਬ ਸਿਰ ਨਾਨਕ ਕੀਨ ਪਿਆਨਾ, ਮੈਂ ਪੁਨ ਸੰਗ ਦੁਤੀਏ ਮਰਦਾਨਾ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਫਿਰ ਅੱਗੇ ਕੀ ਹੋਇਆ ਭਾਈ ਬਾਲਾ? ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਫਿਰ ਗੁਰੂ ਨਾਨਕ ਸਾਹਿਬ ਅੱਗੇ ਅੱਗੇ ਚੱਲ ਰਹੇ, ਤੇ ਮੈਂ ਤੇ ਭਾਈ ਮਰਦਾਨਾ ਉਹਨਾਂ ਦੇ ਪਿੱਛੇ ਪਿੱਛੇ ਚੱਲਣਾ ਕੀਤਾ। ਦੇ ਕਰ ਕਿਤਕ ਥਾਨ ਉਪਦੇਸਾ, ਸਿਮਰੋ ਸਤਨਾਮ ਜਗਤੇਸ਼ਾ। ਕਹਿੰਦੇ ਰਸਤੇ 'ਚ ਕਈ ਥਾਵਾਂ ਆਈਆਂ ਬੜੀਆਂ ਸੋਹਣੀਆਂ ਸੁੰਦਰ, ਜਿੱਥੇ ਪਾਣੀ ਵਗ ਰਿਹਾ, ਫੁੱਲ ਖਿੜੇ ਹੋਏ ਨੇ, ਜਾਣੀ ਮਾਹੌਲ ਜਿਹਾ ਹੋਵੇ ਨਾ ਫੇਰ ਹੀ ਪਾਠ ਹੁੰਦਾ ਹੈ ਨਾ। ਜੇ ਮੰਨ ਲਓ ਕਮਰੇ 'ਚ ਸਮੈਲ ਆਉਂਦੀ ਆ, ਬੁਰੇ ਹਾਲ ਮੱਖੀ ਮੱਛਰ, ਉੱਥੇ ਤੁਹਾਡਾ ਧਿਆਨ ਨਹੀਂ ਲੱਗੂਗਾ। ਆਪਾਂ ਕਈ ਵਾਰੀ ਕਹਿੰਦੇ ਆ ਜੀ ਗੁਰੂ ਘਰ 'ਚ ਸੁੰਦਰਤਾ ਕਿਉਂ ਆ? ਕਿਉਂਕਿ ਔਰਾ ਚਾਹੀਦਾ। ਤੇ ਮਹਾਰਾਜ ਵੀ ਉਸ ਜਗ੍ਹਾ ਜਿੱਥੇ ਬਹੁਤੀ ਰਮਣੀਕ ਜਗ੍ਹਾ ਹੁੰਦੀ ਨਾ, ਚਾਰੇ ਪਾਸੇ ਸੁੰਦਰ ਹਵਾ ਚੱਲਦੀ, ਪਹਾੜੀਆਂ ਆਉਂਦੀਆਂ, ਰਮਣੀਕ ਜੀ ਜਗ੍ਹਾ ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਉੱਥੇ ਰੁਕ ਜਾਂਦੇ, ਨਾਲੇ ਤੇ ਸਾਹ ਲੈ ਲੈਂਦੇ ਹਨ ਹਜ਼ੂਰ ਪਾਤਸ਼ਾਹ। ਮਹਾਰਾਜ ਨੇ ਤਾਂ ਕੀ ਸਾਹ ਲੈਣਾ ਸੀ, ਚੋਜ ਸਨ ਉੱਥੇ। ਫਿਰ ਕਹਿੰਦੇ ਕੁਝ ਸਮਾਂ ਕੀਰਤਨ ਦਾ ਮੀਂਹ ਪੈਂਦਾ, ਕੁਝ ਸਮਾਂ ਉੱਥੇ ਮਹਾਰਾਜ ਕਹਿੰਦੇ ਭਾਈ ਬਾਲਾ ਮਰਦਾਨਾ ਭੁੱਖ ਲੱਗੀ ਰੁਕੋ, ਤੇ ਮਹਾਰਾਜ ਤੇ ਆਪਣੀ ਭੁੱਖ ਪੂਰੀ ਕਰਦੇ ਜੇ ਕੀਰਤਨ ਕਰਕੇ। ਤੇ ਬਾਲਾ ਫਿਰ ਕਹਿੰਦਾ ਮਹਾਰਾਜ ਤੁਹਾਡੀ ਤੇ ਭੁੱਖ ਪੂਰੀ ਹੋ ਗਈ, ਮੇਰੀ ਵੀ ਕਰ ਦਿਓ। ਉੱਥੇ ਫਿਰ ਮਹਾਰਾਜ ਛਕਾ ਦਿੰਦੇ ਜਲ ਪਾਣੀ ਉਹਨਾਂ ਨੂੰ ਵੀ। ਗ੍ਰਾਮ ਨਗਰ ਸਭ ਮਗ ਪ੍ਰਗਟਾਵਾ, ਦੇ ਕਰ ਕਿਤਕ ਥਾਨ ਉਪਦੇਸ਼ਾ, ਸਿਮਰੋ ਸਤਨਾਮ ਜਗਤੇਸ਼ਾ। ਕਹਿੰਦੇ ਇਸ ਤਰ੍ਹਾਂ ਮਹਾਰਾਜ ਰਸਤੇ 'ਚ ਜਿੰਨੇ ਵੀ ਜਗ੍ਹਾ ਆਈਆਂ,
ਕੁਝ ਸੰਗਤਾਂ ਮਿਲਦੀਆਂ ਰਹੀਆਂ, ਮਹਾਰਾਜ ਉਹਨਾਂ ਨੂੰ ਉਪਦੇਸ਼ ਦੇ ਕੇ ਸਿਮਰਨ ਦੀ ਦਾਤ ਝੋਲੀ ਚ ਪਾ ਕੇ ਅੱਗੇ ਜਾ ਰਹੇ ਹਨ। ਰਾਮ ਨਗਰ ਸ਼ੁਭ ਮਗ ਪ੍ਰਗਟਾਵ, ਚਲਤ ਚਲਤ ਸਾਗਰ ਪੁਨਿਆਵ। ਇਸ ਤਰ੍ਹਾਂ ਕਹਿੰਦੇ ਕਈ ਪਿੰਡਾਂ 'ਚ ਕਈ ਨਗਰਾਂ ਦੇ ਵਿੱਚ ਮੇਰਾ ਬਾਬਾ ਨਾਨਕ ਬਾਲਾ ਮਰਦਾਨਾ ਤਾਰਦੇ ਅੱਗੇ ਸਮੁੰਦਰ ਆ ਗਿਆ ਹੈ, ਬੜਾ ਵੱਡਾ ਸਾਗਰ ਆ ਗਿਆ ਹੈ। ਉਹਦੇ ਕੰਢੇ ਤੇ ਹਜ਼ੂਰ ਪਾਤਸ਼ਾਹ ਜੀ ਪਹੁੰਚਣਾ ਕੀਤਾ। ਜਾਏ ਭਏ ਠਾਂਡੇ ਤੈ ਤੀਰਾ, ਬੋਲੇ ਸ੍ਰੀ ਮੁਖਵਾਕ ਗੰਭੀਰਾ। ਕਹਿੰਦੇ ਮਹਾਰਾਜ ਉਸ ਸਮੁੰਦਰ ਦੇ ਕੰਢੇ ਤੇ ਜਾ ਕੇ ਖੜੇ ਹੋ ਗਏ ਹਨ। ਇਧਰ ਉਧਰ ਦ੍ਰਿਸ਼ਟੀ ਮਾਰੀ ਮਹਾਰਾਜ ਨੇ, ਬੜਾ ਡਾਢਾ ਸਮੁੰਦਰ ਹੈ, ਕੋਈ ਆਰ ਪਾਰ ਦਿਸਦਾ ਹੀ ਨਹੀਂ ਹੈ। ਤੁਹਾਡੇ ਚੋਂ ਜਿਹੜੇ ਵਿਦੇਸ਼ ਗਏ ਹਨ, ਦਾਸ ਨੂੰ ਵੀ ਮੌਕਾ ਮਿਲਿਆ ਹੈ ਸਮੁੰਦਰ ਦੇ ਵਿੱਚ ਨਹਾਉਣ ਦਾ। ਨਹਾਉਣ ਹੀ ਕਵਾਂਗੇ, ਇਸ਼ਨਾਨ ਤੇ ਕਹਿ ਨਹੀਂ ਸਕਦੇ ਕਿਉਂਕਿ ਸਰੋਵਰ 'ਚ ਇਸ਼ਨਾਨ ਹੈ। ਉਹ ਨੀਲਾ ਰੰਗ ਹੁੰਦਾ ਹੈ, ਦੂਰ ਤੱਕ ਉਹ ਨਾ ਸਮੁੰਦਰ ਅਸਮਾਨ ਦੇ ਨਾਲ ਹੀ ਰਲ ਜਾਂਦਾ। ਐ ਲੱਗਦਾ ਜਿਵੇਂ ਅਸਮਾਨ ਨੂੰ ਹੀ ਚੜ ਗਿਆ ਸਮੁੰਦਰ, ਉਹਦਾ ਕੰਢਾ ਨਹੀਂ ਨਜ਼ਰ ਆਉਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਬਾਲੇ ਮਰਦਾਨੇ ਨੂੰ ਉਸ ਸਮੁੰਦਰ ਦੇ ਕੰਢੇ ਤੇ ਲੈ ਆਏ ਹਨ। ਕਹੋ ਬਾਲਾ ਸਾਗਰ ਅਸਗਾਹ, ਕਹੂੰ ਨ ਪਈਅਤ ਤੇ ਕੋ ਥਾਹ। ਭਾਈ ਬਾਲਾ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਗਰ ਸਗਾਹ ਹੈ। ਭਾਈ ਬਾਲਾ ਕਹਿੰਦੇ ਮਹਾਰਾਜ ਜੀ ਇਹਦਾ ਤੇ ਕੰਢਾ ਹੀ ਨਹੀਂ ਦੀਦਾ, ਇਹ ਤੇ ਇੰਨਾ ਲੰਮਾ ਹੈ। ਤੇ ਇਸ ਸਾਗਰ ਦੇ ਅਗਲੇ ਬੰਨੇ ਆ ਸੰਗਲਾ ਦੀਪ, ਕਿਉਂਕਿ ਉਹ ਮਨ ਸੁਖ ਦਾ ਬੇੜਾ ਇਸੇ ਸਾਗਰ 'ਚ ਡੁੱਬਣ ਲੱਗਾ ਸੀ ਨਾ। ਜਦੋਂ ਤੁਲਸਾਂ ਦਾਸੀ ਨੂੰ ਮਹਾਰਾਜ ਮਾਤਾ ਤ੍ਰਿਵਤਾ ਕਹਿੰਦੀ ਵੀ ਨਾਨਕ ਜੀ ਨੂੰ ਕਹੋ ਪ੍ਰਸ਼ਾਦਾ ਛਕੇ, ਤੇ ਤੁਲਸਾ ਨੇ ਜਾ ਕੇ ਬਾਬੇ ਦਾ ਚਰਨ ਚੁੰਮਿਆ ਤੇ ਤੁਲਸਾ ਨੂੰ ਦਿਵ ਦ੍ਰਿਸ਼ਟ ਸੋਝੀ ਹੋ ਗਈ ਤਿੰਨਾਂ ਲੋਕਾਂ ਨੂੰ। ਬਾਬਾ ਮਨ ਸੁਖ ਦਾ ਬੇੜਾ ਬੰਨੇ ਲਾ ਰਿਹਾ, ਜਿੱਦਾਂ ਸਾਡੇ ਗਰੀਬਾਂ ਦੇ ਬੇੜੇ ਮਹਾਰਾਜ ਨੇ ਬੰਨੇ ਲਾਏ ਹਨ। ਸੱਚੇ ਪਾਤਸ਼ਾਹ ਉਸੇ ਸਾਗਰ ਦੇ ਕੰਢੇ ਤੇ ਆ ਗਏ। ਤੇ ਭਾਈ ਬਾਲਾ ਮਰਦਾਨਾ ਕਹਿੰਦੇ ਬਾਬਾ ਏਡਾ ਵੱਡਾ ਸਾਗਰ ਹੈ ਤੇ ਅੱਗੇ ਕਿੱਦਾਂ ਜਾਣਾ। ਮਾਰੇ ਕਹਿੰਦੇ ਇਹ ਸਗਾਹ ਹੈ, ਇਹਦਾ ਕੋਈ ਆਰ ਪਾਰ ਨਹੀਂ ਨਜ਼ਰ ਆਉਂਦਾ। ਜਾਣੋ ਪਰ ਚਾਹਤ ਹਮ ਮਨ ਮੈਂ, ਕਿਸ ਪ੍ਰਕਾਰ ਗਮਨੈ ਅਬ ਬਨ ਮੈਂ। ਭਾਈ ਮਰਦਾਨਾ ਕਹਿੰਦਾ ਬਾਬਾ ਇਹਦੇ 'ਚ ਤੇ ਪੈਰ ਪਾਉਂਦੀਆਂ ਹੀ ਡੁਬਕੀਆਂ ਲੱਗਣ ਲੱਗ ਪੈਂਦੀਆਂ, ਤੇ ਪਾਰਲਾ ਪਾਸਾ ਦੂਰ ਹੈ ਤੇ ਰਾਜਾ ਸ਼ਿਵਨਾਭ ਸੰਗਲਾ ਦੀਪ ਹੈ। ਤੇ ਮੇਰੇ ਆਖੇ ਲੱਗੋ ਤੇ ਮੁੜ ਚੱਲੀਏ ਆਖੋ ਸਤਿਨਾਮ। ਇਹ ਕਥਾ ਬਹੁਤ ਸਾਨੂੰ એનર્ਜੀ ਦਿੰਦੀ। ਕਈ ਵਾਰੀ ਬੰਦਾ ਨਾ ਸਾਧ ਸੰਗਤ ਇੱਦਾਂ ਦੇ ਘਰੇਲੂ ਜ਼ਿੰਮੇਵਾਰੀਆਂ ਘਰਾਂ ਦੇ ਵਿੱਚ ਇਹ ਜੰਜਾਲ ਹੈ ਜੀ। ਕਈ ਵਾਰੀ ਬੰਦਾ ਇੱਦਾਂ ਦਾ ਫਸ ਜਾਂਦਾ, ਉਹਦਾ ਦਿਲ ਟੁੱਟ ਜਾਂਦਾ, ਉਹਦਾ ਹੌਸਲਾ ਟੁੱਟ ਜਾਂਦਾ। ਕਈ ਵਾਰੀ ਬੰਦਾ ਕਹਿੰਦਾ ਵੀ ਰੱਬਾ ਤੂੰ ਚੰਗਾ ਮੈਨੂੰ ਚੁੱਕ ਹੀ ਲੈ। ਜਦੋਂ ਬੰਦਾ ਪਰੇਸ਼ਾਨ ਹੋਏ ਨਾ ਸਾਰੇ ਪਾਸਿਆਂ ਤੋਂ, ਤੇ ਕਈ ਵਾਰੀ ਸੱਚੀ ਕਹਿਦਾ ਮਹਾਰਾਜ ਇਹ ਤੂੰ ਚੰਗਾ ਤੇ ਮੌਤ ਹੀ ਦੇ ਦੇ। ਬਾਬੇ ਫਰੀਦ ਨੇ ਵੀ ਕਿਹਾ ਨਾ, ਫਰੀਦਾਬਾਦ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇਹ। ਇਹਦੇ ਮਹਾਰਾਜ ਕਿਸੇ ਬਗਾਨੇ ਬੂਏ ਤੇ ਨਾ ਬਾਈ। ਇਹ ਤੂੰ ਚੰਗਾ ਵੀ ਮੇਰੀ ਡੈਥ ਹੋ ਜੇ, ਮੈਂ ਮਰ ਜਾਵਾਂ, ਜੇ ਤੂੰ ਇਹ ਵੈ ਰਖਸੀ ਜੀਓ ਸਰੀਰੋਂ ਲੇਹ। ਮਹਾਂਪੁਰਖ ਪੜ੍ਹਦੇ ਹੁੰਦੇ ਸੀ, ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਐਵੇਂ ਰੱਖਣਾ। ਜੀ ਕਰਦਾ ਪਰ ਪੜ੍ਹਨਾ ਨਹੀਂ ਪਊ, ਡਰ ਲੱਗਦਾ। ਉਹ ਵੇਲੋ ਰਾਗੀ ਸਿੰਘਾਂ ਨੇ ਉਹ ਗਾਇਆ ਨਾ, ਉਹਨਾਂ ਦੀ ਮੁਰਲੀ ਤੇ ਵੱਜੀ ਨਹੀਂ ਪਰ ਉਹਨਾਂ ਦੀ ਵਜਾਤੀ ਹੈ। ਕਹਿੰਦੇ ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ। ਚਲੋ ਮਹਾਰਾਜ ਸਾਂਝੇ ਸਾਰੇ ਹਨਾ। ਗੁਰੂ ਮਹਾਰਾਜ ਨੇ ਕ੍ਰਿਸ਼ਨ ਦਾ ਜ਼ਿਕਰ ਕੀਤਾ ਬਾਣੀ 'ਚ, ਸਾਰਿਆਂ ਨੂੰ ਰੱਬ ਦੇ ਬੰਦੇ ਕਿਹਾ। ਕਿੱਡੀ ਇੱਕ ਗੱਲ ਹੈ ਜੇ ਹਿੰਦੂ ਲੋਕ ਮੁਸਲਮਾਨ ਲੋਕ ਸਾਡੇ 10ਵੇਂ ਪਾਤਸ਼ਾਹ ਦੀਆਂ ਕਵਿਤਾ ਗਾ ਸਕਦੇ ਹੈ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗਾ ਸਕਦੇ ਹੈ, ਸਾਡਾ ਇਤਿਹਾਸ ਉਹ ਧਾਰਨ ਕਰ ਸਕਦੇ, ਤੇ ਜੇ ਕਿਤੇ ਦਿਲ ਕਰ ਪਿਆ ਤੇ ਵੱਡੀ ਗਲਤ ਨਹੀਂ ਹੈ। ਪਰ ਅਸੀਂ ਭਾਈਚਾਰਾ ਥੋੜ੍ਹਾ ਬਣਾਉਣਾ। ਜਿਹੜਾ ਜ਼ਹਿਰ ਹੈ ਉਹ ਕਿਸ ਤਰ੍ਹਾਂ ਰੱਖਣਾ। ਜੇ ਜ਼ਹਿਰ ਨਿਕਲ ਗਿਆ ਤੇ ਮਹਾਰਾਜ ਦੇ ਬਚਨ ਸੱਚ ਹੋ ਜਾਣੇ ਵੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ। ਤੇ ਜਿਹੜੇ ਮੇਰੇ ਵਰਗੇ ਰੋਟੀਆਂ ਸੇਕਣ ਦੇ, ਉਹਨਾਂ ਹੋਣ ਥੋੜ੍ਹਾ ਦੇਣਾ ਨਹੀਂ। ਇਸ ਕਰਕੇ ਸਾਧ ਸੰਗਤ ਬਾਣੀ 'ਚ ਹੀ ਰਹੋ, ਬਚਣਾ ਹੀ ਚੰਗਾ ਹੈ, ਸਮਾਂ ਮਾੜਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਮਰਦਾਨਾ ਜੀ ਬਾਲਾ ਜੀ ਕਹਿੰਦੇ ਬਾਬਾ ਇਹਦੇ ਪਾਰਲਾ ਬੰਨਾ ਤੇ ਨਜ਼ਰ ਨਹੀਂ ਆਉਂਦਾ, ਤੇ ਨਾ ਕੋਈ ਬੇੜੀ ਹੈ ਨਾ ਕੋਈ ਮਲਾਹ ਹੈ। ਸਤਿਗੁਰੂ ਕੀ ਕਰੀਏ। ਇਸੇ ਤਰ੍ਹਾਂ ਆਪਾਂ ਕਈ ਵਾਰੀ ਜ਼ਿੰਦਗੀ 'ਚ ਇੰਨੇ ਕੁ ਮਾਯੂਸ ਹੋ ਜਾਈਦਾ ਨਾ,
ਭੈਣਾਂ ਵੀਰ ਤੁਸੀਂ ਬੈਠੇ ਹੋ, ਮੈਂ ਤੇ ਆਪਣੀ ਗੱਲ ਕਰਦਾ। ਕਈ ਵਾਰੀ ਬੰਦਾ ਸੱਚੀ ਕਹਿੰਦਾ ਹੇ ਮਹਾਰਾਜ ਇਹਦੇ ਨਾਲੋਂ ਚੰਗਾ ਮੌਤ ਦੇ ਦੇ। ਘਰਾਂ ਦੇ ਕੰਮ ਹੀ ਇਦਾਂ ਦੇ ਆ। ਪਰ ਨਹੀਂ, ਇਹ ਕਥਾ ਕਹਿੰਦੀ ਹੈ ਵੀ ਜਿਹਦੇ ਨਾਲ ਬਾਬਾ ਨਾਨਕ ਹੋਵੇ ਉਹਨੂੰ ਕੋਈ ਨਾ ਕੋਈ ਰਸਤਾ ਮਿਲੂਗਾ। ਆਪਾਂ ਛੇਤੀ ਦਿਲ ਛੱਡ ਦਿੰਦੇ, ਆਪਾਂ ਕਹਿੰਦੇ ਅੱਜ ਹੀ ਹੋ ਜੇ। ਅੱਜ ਨਹੀਂ ਹੋਣਾ। ਤੁਸੀਂ ਬੂਟਾ ਲਾਓ, ਕੋਈ ਨਹੀਂ 2-4 ਸਾਲ ਬਾਅਦ 2-4 ਅੰਬ ਲੱਗਣਗੇ, ਫਿਰ 10 ਲੱਗਣਗੇ। ਤੋ ਇਸ ਤਰ੍ਹਾਂ ਕਰਕੇ ਭਾਈ ਮਰਦਾਨਾ ਤੇ ਬਾਲਾ ਨੇ ਆਖਿਆ ਬਾਬਾ ਮੁੜ ਚਲੀਏ, ਅੱਗੇ ਕੁਝ ਨਜ਼ਰ ਨਹੀਂ ਆਉਂਦਾ। ਨਿਕਟ ਨ ਕੋ ਅਬ ਆਏ ਜਹਾਜ, ਜਾਂਤੇ ਪਰ ਜਾਨ ਹਵੈ ਕਾਜ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੱਲ ਤਾਂ ਤੁਹਾਡੀ ਵੀ ਠੀਕ ਹੈ ਵੀ, ਪਰ ਕੀ ਕਰੀਏ ਉਹ ਜਿਹੜਾ ਯਾਦ ਕਰਨ ਦਿਆ ਹੁਣ ਉਹਦੇ ਕੋਲ ਜਾਣਾ ਵੀ ਜ਼ਰੂਰੀ ਹੈ। ਮਹਾਰਾਜ ਵੀ ਚੋਜ ਕਰ ਰਹੇ ਅਜੇ, ਵੇਖ ਵੀ ਕੀ ਕਰਦੇ ਭਲਾਏ। ਉਹ ਤਾਂ ਰੱਬੀ ਰੂਹਾਂ ਸੀ, ਸਾਡੇ ਵਾਸਤੇ ਕਥਾ ਹੈ ਕਿ ਕਿਤੇ ਜ਼ਿੰਦਗੀ 'ਚ ਇੱਦਾਂ ਦਾ ਸਮਾਂ ਬਣ ਜੇ ਵੀ ਸਾਰੇ ਪਾਸੇ ਤੁਹਾਡੇ ਭੈਣ ਭਰਾ ਵੀ ਛੱਡ ਜਾਣ, ਘਰ 'ਚ ਪੈ ਜੇ ਬਿਮਾਰੀ, ਕਰਜ਼ਾ ਜਾਵੇ ਚੜ੍ਹ, ਕਿਸੇ ਪਾਸਿਓਂ ਰੁਪਈਆ ਨਾ ਆਵੇ ਤੇ ਫਿਰ ਕੀ ਕਰੋਗੇ? ਜਾਂ ਆਪਾਂ ਕਹਿਣਾ ਫਿਰ ਦਵਾਈ ਪੀਵਾਂਗੇ, ਜਾਂ ਫਾਹਾ ਲਵਾਂਗੇ, ਜਾਂ ਗੱਡੀ ਥੱਲੇ ਆਵਾਂਗੇ। ਮਾਰੇ ਕਹਿੰਦੇ ਨਾ ਓਏ ਪੁੱਤਰਾ ਇੱਦਾਂ ਨਹੀਂ ਕਰਨਾ। ਦੱਸਣਗੇ ਮਹਾਰਾਜ, ਹੁਣ ਕੱਢਣਗੇ ਹੱਲ ਕੋਈ ਸੱਚੇ ਪਾਤਸ਼ਾਹ। ਤੂੰ ਸਿਆਣੋ ਕਛ ਮਸਲਤ ਦੀਜੈ, ਜਿਸ ਪ੍ਰਕਾਰ ਤੇ ਗਮਨ ਕਰੀਜੈ। ਮਹਾਰਾਜ ਕਹਿੰਦੇ ਮਰਦਾਨਿਆ ਤੂੰ ਸਿਆਣਾ ਵਾ ਤੇ ਤੂੰ ਦੱਸ ਕੋਈ ਸਕੀਮ, ਕੋਈ ਰਸਤਾ ਲੱਭ ਵੀ ਕਿੱਦਾਂ ਪਾਰ ਲੰਘਿਆ ਜਾਵੇ। ਸੁਣੀਏ ਸ਼੍ਰੀ ਅੰਗਦ ਗਤ ਦਾਨੀ, ਗੁਰ ਸੋ ਮੈਂ ਬੋਲਿਓ ਅਸਵਾਨੀ। ਤੇ ਕਹਿੰਦੇ ਮਹਾਰਾਜ ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਂ ਸਿਆਣਾ, ਮੇਰੇ ਵਰਗਾ ਤੇ ਕਮਲਾ ਹੀ ਕੋਈ ਨਹੀਂ। ਉਹਨੂੰ ਪਤਾ ਸੀ ਨਾ ਫਿਰ ਹੱਲ ਨਹੀਂ ਕੋਈ ਨਿਕਲਣਾ। ਜਦੋਂ ਕਹਿੰਦੇ ਦਿਨ ਚੰਗੇ ਹੋਣ ਨਾ ਉਦੋਂ ਸਾਰੇ ਭੈਣ ਭਰਾ ਬਣ ਜਾਂਦੇ, ਜਦੋਂ ਮਾੜੇ ਹੋਣ ਤੇ ਆਪਣੇ ਵੀ ਫੋਨ ਬੰਦ ਕਰ ਲੈਂਦੇ ਹੈ। ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ, ਉਦੋਂ ਕੋਈ ਨਹੀਂ ਪੁੱਛਦਾ। ਜਦੋਂ ਮੰਨ ਲਓ ਤੁਹਾਡੇ ਬੱਚੇ ਸੈੱਟ ਹੋ ਜਾਣ, 4 ਪੈਸੇ ਸਾਨੂੰ ਸਾਰੇ ਭੈਣ ਜੀ ਕਿਹੜੇ ਪਿੰਡੋਂ ਆਏ ਹੋ, ਵੀਰ ਜੀ ਕਿਹੜੇ ਪਿੰਡੋਂ ਫਲਾਣੇ, ਅੱਛਾ ਆਪਣੀ ਵੀ ਉੱਥੇ ਰਿਸ਼ਤੇਦਾਰੀ, ਆਓ ਚਾਹ ਪੀਏ। ਤੇ ਜਦੋਂ ਮਾੜੇ ਸਮਾਂ ਹੋਵੇ ਤੇ ਉਦੋਂ ਜਿਹੜਾ ਜਾਣਦਾ ਉਹ ਵੀ ਕਹਿੰਦਾ ਨਹੀਂ ਮੈਂ ਨਹੀਂ ਬਾਬਾ ਜੀ ਜਾਣਦਾ। ਇਹ ਦੁਨੀਆ ਦੀ ਫਿਦਰਤ ਹੈ। ਤੂੰ ਮਹਾਰਾਜ ਕਹਿੰਦੇ ਭਾਈ ਬਾਲਿਆ ਤੂੰ ਸਿਆਣਾ, ਕਹਿੰਦਾ ਨਾ ਨਾ ਬਾਬਾ ਮੇਰੇ ਵਰਗਾ ਤੇ ਕਮਲਾ ਹੀ ਕੋਈ ਨਹੀਂ। ਜੇ ਮੈਂ ਸਿਆਣਾ ਹੁੰਦਾ ਤੇ ਮੈਨੂੰ ਭੇਡੂ ਹੀ ਬਣਾ ਦੇ। ਤੇ ਮਹਾਰਾਜ ਸਾਹਿਬ ਗੁਰੂ ਅੰਗਦ ਸਾਹਿਬ ਹੱਸ ਪਏ। ਕਥਾ ਉੱਥੇ ਵੀ ਚੱਲ ਰਹੀ ਨਾ ਖਡੂਰ ਸਾਹਿਬ। ਮਹਾਰਾਜ ਬੜੇ ਹੱਸੇ ਅੱਜ ਕਥਾ 'ਚ ਡਾਢੇ। ਫਿਰ ਕਹਿੰਦੇ ਭਾਈ ਬਾਲਾ ਫਿਰ ਕੀ ਹੋਇਆ? ਭਾਈ ਬਾਲਾ ਜੀ ਕਹਿੰਦੇ ਫਿਰ ਮਹਾਰਾਜ ਨੇ ਮੇਰੇ ਵੱਲ ਇਸ਼ਾਰਾ ਕੀਤਾ ਕਿ ਭਾਈ ਬਾਲਾ ਜੀ ਤੁਸੀਂ ਦੱਸੋ ਵੀ ਕਿੱਦਾਂ ਲੰਘਿਆ ਜਾਵੇ। ਜੋ ਬਾਹਨ ਲੈ ਔਰ ਡਪੰਤੇ, ਤੁਮਰੇ ਬਚਨਨ ਤੇ ਸੁਤਰੰਤੇ। ਭਾਈ ਬਾਲੇ ਨੇ ਹੱਥ ਜੋੜੇ, ਕਹਿੰਦੇ ਮਹਾਰਾਜ ਇੱਕ ਪੱਥਰ ਪਾਣੀ ਦੇ ਵਿੱਚ ਸੁੱਟੋ। ਮਹਾਰਾਜ ਕਹਿੰਦੇ ਤੂੰ ਸੁੱਟ। ਤੇ ਭਾਈ ਬਾਲਾ ਜੀ ਨੇ ਇੱਕ ਪੱਥਰ ਉਦਾਂ ਹੀ ਸੁੱਟਿਆ ਤੇ ਡੁੱਬ ਗਿਆ। ਤੇ ਮਹਾਰਾਜ ਕਹਿੰਦੇ ਇਹ ਕੀ ਹੈ? ਕਹਿੰਦੇ ਮਹਾਰਾਜ ਤੁਸੀਂ ਪੁੱਛਿਆ ਵੀ ਕਿੱਦਾਂ ਲੰਘਣਾ ਏ ਤੇ ਮੈਂ ਤੁਹਾਡੀ ਤੁਸ਼ ਬੁੱਧੀ ਨਾਲ ਥੋੜੀ ਜੀ ਪਰਖ ਕਰ ਰਿਹਾ। ਮਹਾਰਾਜ ਕਹਿੰਦੇ ਕਹਦੀ ਉਹ 2-3 ਪੱਥਰ ਸੁੱਟੇ ਡੁੱਬ ਗਏ। ਜਦੋਂ ਚੌਥਾ ਪੱਥਰ ਚੁੱਕਿਆ ਤੇ ਭਾਈ ਬਾਲਾ ਜੀ ਨੇ ਆਪਣੇ ਹੱਥਾਂ 'ਚ ਲੈ ਕੇ ਤੇ 5 ਵਾਰੀ ਆਖਿਆ ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਫਿਰ ਉਹ ਪੱਥਰ ਪਾਣੀ 'ਚ ਸੁੱਟਿਆ ਤੇ ਉਹ ਪੱਥਰ ਪਾਣੀ ਤੇ ਤਰ ਗਿਆ। ਵਾਹਿਗੁਰੂ। ਆਪਾਂ ਰਾਮ ਜੀ ਦਾ ਸੁਣਿਆ ਨਾ ਜਦੋਂ ਉੱਥੇ ਲੰਕਾ 'ਚ ਗਏ, ਕਿਉਂਕਿ ਸਾਰੇ ਧਰਮ ਸਤਿਕਾਰਯੋਗ ਹੈ। ਜੇ ਸਾਡੇ ਧਰਮ ਦੇ ਵਿੱਚ ਕਲਾ ਵਰਤੀਆਂ ਵਾ ਤੇ ਉਹ ਵੀ ਤਾਂ ਰੂਹਾਂ ਹੀ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਫੈਸਲਾ ਕਰਤਾ। ਮਾਰੇ ਕਹਿੰਦੇ ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ। ਗੁਰੂ ਗ੍ਰੰਥ ਸਾਹਿਬ ਦੀ ਬੋਲ। ਚਲੋ ਬਾਕੀ ਤੇ ਕੋਈ ਮੰਨੇ ਨਾ। ਮਾਰੇ ਕਹਿੰਦੇ ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ। ਉਗਰ ਸੈਨ ਕੋ ਰਾਜ, ਅਪੈ ਭਗਤੈ ਜਨ ਦੀਓ। ਤਿੰਨਾਂ ਯੁੱਗਾਂ ਦੀ ਬਾਣੀ 'ਚ ਲਿਖਿਆ ਵੀ ਕ੍ਰਿਸ਼ਨ ਵੀ ਤੂੰ ਹੀ ਹੈ, ਰਾਮ ਵੀ ਤੂੰ ਹੀ ਹੈ, ਬਾਵਨ ਵੀ ਤੂੰ ਹੀ ਹੈ ਤੇ ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ। ਕਹਿੰਦੇ ਕਲਯੁਗ ਦੇ ਵਿੱਚ ਨਾਨਕ ਬਣ ਕੇ ਆਇਆ ਹੈ ਤੇ ਲੜਾਈ ਮੁੱਕ ਗਈ ਸਾਰੀ। ਪਰ ਮੁੱਕਣ ਵਾਲਿਆਂ ਥੋੜਾ ਮੁੱਕਣ ਦੇਣੀ ਹੈ।
ਜੇ ਲੜਾਈ ਮੁੱਕ ਗਈ ਤੇ ਅਮਰੀਕਾ ਕੈਨੇਡਾ ਦੇ ਲੋਕ ਸਾਡੇ ਦਿਹਾੜੀ ਕਰਨ ਆਉਣਗੇ, ਗਰੰਟੀ ਹੈ। ਜੇ ਸਾਡੀਆਂ ਕਲੇ ਮੁੱਕ ਜਾਣ ਤੇ ਹਿੰਦੁਸਤਾਨ ਵਰਗੀ ਜਗ੍ਹਾ ਕਿਤੇ ਨਹੀਂ ਲਿਆਏਗੀ, ਪੰਜਾਬ ਵਰਗੀ ਧਰਤੀ ਕਿਤੇ ਨਹੀਂ। ਸਾਡੀਆਂ ਕਲੇਸ਼ ਕਰਕੇ ਜੋ ਘਰ ਦੇ ਵਿੱਚ ਕਲੇ ਪੈ ਜੇ ਨਾ, ਤੇ ਬਾਪੂ ਦੀ ਕਰੋੜਾਂ ਦੀ ਜਾਇਦਾਦ ਐਦਾਂ ਉੱਡਦੀ ਜਿਵੇਂ ਤੂੜੀ ਉੱਡਦੀ ਆ। ਕਲੇਸ਼ ਏਡੀ ਮਾੜੀ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਰਾਮ ਜੀ ਨੇ, ਹਨੂਮਾਨ ਜੀ ਨੇ ਪੱਥਰਾਂ ਤੇ ਰਾਮ ਲਿਖਿਆ, ਉਹ ਪੱਥਰ ਤਰੇ, ਪੁਲ ਬਣਿਆ ਲੰਕਾ ਦਾ। ਅਤਕਥਨੀ ਨਹੀਂ ਹੈ। ਇਸੇ ਤਰ੍ਹਾਂ ਉਹ ਇੱਕ ਭੈਣ ਜੀ ਧਾਰਨਾ ਵੀ ਪੜ੍ਹੀ ਹੈ ਜਥੇ ਨੇ ਕਿ ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਤੈਨੂੰ ਕਿਉਂ ਨਾ ਬੰਦਿਆ। ਹਾਂ, ਪਰ ਪੜ੍ਹੀ ਨਹੀਂ, ਆਪਾਂ ਨਹੀਂ ਪੜ੍ਹਦੀ। ਤੋ ਇਸ ਕਰਕੇ ਆਪਾਂ ਬਾਣੀ ਪੜ੍ਹ ਲੈਂਦੇ ਹਾਂ। ਭਾਈ ਬਾਲਾ ਜੀ ਕਹਿੰਦੇ ਫਿਰ ਕੀ ਹੋਇਆ, ਉਹ ਪੱਥਰ ਤਰਿਆ। ਤੇ ਗੁਰੂ ਨਾਨਕ ਸਾਹਿਬ ਹੱਸੇ ਤੇ ਭਾਈ ਮਰਦਾਨਾ ਕਹਿੰਦੇ ਬਾਬਾ ਇਹ ਕੀ? ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਬਾਲਾ, ਭਾਈ ਮਰਦਾਨਾ, ਇਹ ਨਾਮ ਦੀ ਤਾਕਤ ਹੈ। ਜਦੋਂ ਸਾਰੇ ਰਸਤੇ ਬੰਦ ਹੋ ਜਾਣ ਸੰਗਤ ਜੀ, ਭੈਣ ਭਰਾ ਛੱਡ ਦੇਣ, ਕੋਈ ਤੁਹਾਡੀ ਬਾਤ ਨਾ ਪੁੱਛੇ, ਬਿਮਾਰੀਆਂ ਘਰ 'ਚ ਆ ਜਾਣ, ਤੁਸੀਂ ਇਕੱਲੇ ਰਹਿ ਜਾਓ, ਉਦੋਂ ਉਹਨੂੰ ਯਾਦ ਕਰੋ। ਉਦੋਂ ਦਵਾਈ ਨਾ ਪੀਓ, ਫਾਹਾ ਨਾ ਲਿਓ, ਪਰੇਸ਼ਾਨ ਨਾ ਹੋਇਓ। ਅੱਜ ਦੀ ਕਥਾ 'ਚ ਮਾਰੇ ਕਹਿੰਦੇ ਉਸ ਪਰਮੇਸ਼ਰ ਦਾ ਪੱਲਾ ਫੜਿਓ, ਥੋੜ੍ਹੇ ਸਮੇਂ 'ਚ ਫਿਰ ਤੁਹਾਨੂੰ ਕਿਰਪਾ ਕਰਕੇ ਬਾਹਰ ਕੱਢੂਗਾ, ਨਵੀਂ ਜ਼ਿੰਦਗੀ ਪ੍ਰਾਪਤ ਹੋਊਗੀ। ਕੱਲ੍ਹ ਨੂੰ ਅੱਗੇ ਚੱਲਾਂਗੇ ਜੀ। ਬਹੁਤ ਆਨੰਦਮਈ ਪ੍ਰਸੰਗ ਹੈ ਸਤਿਗੁਰਾਂ ਦਾ। ਮਹਾਰਾਜ ਕਿਰਪਾ ਕਰਨਾ, ਦਇਆ ਕਰਨ ਜੀ। ਆਓ ਸਾਰੀ ਸੰਗਤ ਕਿਰਪਾ ਕਰੋ। ਦਇਆ ਪਰੋਸੇ ਤੇਰੇ ਦੀਨ ਦਇਆ, ਪਰੋਸੇ ਤੇਰੇ ਦੀਨ ਦਇਆ, ਪਰੋਸੇ ਤੇਰੇ ਦੀਨ ਦਇਆ, ਪਰੋਸੇ ਤੇਰੇ ਸਭ ਪਰਵਾਰ ਚੜਾਇਆ ਮੇਰੇ, ਸਭ ਪਰਵਾਰ ਚੜਾਇਆ ਮੇਰੇ, ਸਭ ਪਰਵਾਰ ਚੜਾਇਆ ਮੇਰੇ, ਸਭ ਪਰਵਾਰ ਚੜਾਇਆ ਮੇਰੇ। ਇਸ ਦੇ ਕੋ ਪਾਰ ਲਾਵੇ, ਜਗ ਸੁਪਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲਗਾਵੇ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।